ਜਦੋਂ ਨਿਰੰਕਾਰੀ ਕਾਂਡ 13 ਅਪ੍ਰੈਲ 1978 ਨੂੰ ਵਾਪਰਦਾ ਤਾਂ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਸਰਕਾਰ, ਜਦੋਂ ਨਕੋਦਰ ਕਾਂਡ ਵਾਪਰਦਾ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ, ਜਦੋਂ ਬਰਗਾੜੀ ਵਾਪਰਦਾ ਹੈਗਾ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਦੇਖੋ ਇਹਨਾਂ ਦਾ ਹੁਣ ਪੇਸ਼ ਨਹੀਂ ਗਈ, ਨਹੀਂ ਤੇ ਹੁਣ ਵੀ ਇਹ ਕਰਦੇ ਕੁਛ ਨਾ ਕੁਛ। 13 ਸਾਲ ਤੁਸੀਂ ਰਹੇ ਹੈਗੇ ਔਰ ਫਿਰ ਅਕਾਲ ਤਖਤ ਦੇ ਜਥੇਦਾਰ ਵੀ ਲਗਾਏ ਜਾਂਦਾ, ਫਿਰ 99 'ਚ ਤੁਹਾਨੂੰ ਹਟਾਏ ਵੀ ਜਾਂਦੇ ਹੈਗੇ ਨੇ। ਇਹਦੇ ਪਿੱਛੇ ਵੀ ਅਕਾਲੀ ਦਲ ਦਾ ਹੱਥ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੱਥ ਜਾਂ ਅਕਾਲੀ ਦਲ ਦਾ ਨਹੀਂ, ਪ੍ਰਕਾਸ਼ ਸਿੰਘ ਬਾਦਲ ਦਾ। ਸਾਡਾ ਜੇ ਅੱਜ ਬਰਬਾਦੀ ਦੇ ਕੰਢੇ ਤੇ ਅਸੀਂ ਬੈਠੇ ਹਾਂ ਤੇ ਉਹਦੇ ਲਈ ਨਰੋਲ ਕੱਲਾ ਪ੍ਰਕਾਸ਼ ਸਿੰਘ ਬਾਦਲ ਤੇ ਉਹਦੀ ਫੈਮਿਲੀ ਦੇ। ਸਰਦਾਰੀ ਆਪਣੇ ਹੰਕਾਰ ਦੇ ਵਿੱਚ ਹੀ ਮਰਿਆ ਪਿਆ। ਉਹ ਅਕਾਲ ਤਖਤ ਨੂੰ ਨਹੀਂ ਚੱਲਣ ਦੇ ਰਿਹਾ, ਉਹ ਕਮੇਟੀ ਨੂੰ ਨਹੀਂ ਚੱਲਣ ਦੇ ਰਿਹਾ, ਉਹਨੇ ਨਾ ਅਕਾਲੀ ਦਲ ਨੂੰ ਚੱਲਣ ਦਿੱਤਾ, ਨਾ ਉਹਨੇ ਸੈਂਟਰ 'ਚ ਕੋਈ ਭਾਈਵਾਲੀ ਲਈ ਚੰਗਾ ਮਿਨਿਸਟਰ ਦਿੱਤਾ। ਉਹ ਸਾਰੀ ਸਿੱਖਾਂ ਦੀ ਪਾਵਰ ਜਿਹੜੀ ਆ ਉਹ ਲੈ ਕੇ ਤੇ ਉਹਨੇ ਇੱਕ ਹੋਟਲ ਤੇ ਇੱਕ ਜ਼ਮੀਨਾਂ ਇਕੱਠੀਆਂ ਕਰਨ, ਇੱਕ ਬੱਸਾਂ ਇਕੱਠੀਆਂ ਕਰਨ ਚਲਾਤੀ। ਉਹਦੇ ਯਾਸ਼ ਮੁੰਡੇ ਨੇ ਜਿਹੜਾ ਬੇੜਾ ਗਰਕ ਕੀਤਾ ਸਾਡੀ ਧਰਮ ਦੀ ਧਰੋਹਰ ਦਾ। ਮਤਲਬ ਸ਼੍ਰੋਮਣੀ ਕਮੇਟੀ ਕੁਛ ਨਹੀਂ ਕਰ ਪਈ ਹੈਗੀ ਜੀ, ਕੀਤਾ ਹੀ ਕੁਛ ਨਹੀਂ ਕੀਤਾ, ਕੀ ਬਰਬਾਦ ਕਰਤਾ, ਉਲਟਾ ਗੁਰੂ ਘਰ ਨੂੰ ਬਰਬਾਦ ਕਰਤਾ ਇਹਨਾਂ ਨੇ। ਜਥੇਦਾਰ ਅਕਾਲ ਤਖਤ ਅਖਾਉਂਦਾ ਹੈ ਹਰਪ੍ਰੀਤ ਸਿੰਘ, ਇਹਨੇ ਤੇ ਸਾਰਿਆਂ ਦਾ ਬੇੜਾ ਗਰਕ ਕਰਤਾ, ਸਾਰਿਆਂ ਤੋਂ ਵੀ ਨੰਬਰ ਲੈ ਗਿਆ ਜ਼ਿਆਦਾ। ਪੀਟੀਸੀ ਕਿਹਦੀ ਹੈ? ਬਾਦਲ ਦੀ। ਅੱਜ ਇਹ ਪੀਟੀਸੀ ਦੇਹ ਵਪਾਰ ਤੇ ਉਤਰ ਆਈ। ਉਹ ਪੰਜਾਂ ਪਿਆਰਿਆਂ ਦੀ ਪੰਚਾਇਤ ਨੂੰ ਤਹਿਸ਼ ਨਹਿਸ਼ ਕੀਤਾ ਤੇ ਬਾਦਲ ਨੇ ਕੀਤਾ। ਤੇ ਇਸ ਭੱਦਰ ਪੁਰਸ਼ ਨੇ ਸਤਿਆਨਾਸ਼ ਮਾਰਿਆ ਸਿਧਾਂਤ ਦਾ। ਉਸ ਟਾਈਮ ਤੇ ਜਦੋਂ 100 ਸਾਲਾ ਵਿਸਾਖੀ ਦਾ ਦਿਨ ਆਇਆ ਸਾਡੇ ਤੇ, ਜਦੋਂ ਅਸੀਂ ਪ੍ਰਚਾਰ ਕਰਨਾ ਸੀ ਵੀ ਇਹ ਸੰਸਥਾ ਕੀ ਹੈ। 12 ਸਾਲ ਹੋ ਗਏ ਨੇ, ਇਲੈਕਸ਼ਨ ਹੋ ਨਹੀਂ ਰਿਹਾ ਤੇ ਜਿਹੜੀ ਇਹ ਕਮੇਟੀ ਚਲਾਉਣ ਡਿਆ ਇਹ ਅਨਆਥੋਰਾਈਜ਼ਡ ਹੈ, ਇਹ ਗੁੰਡਾਗਰਦੀ ਹੈ। ਇਹ ਲੋਕਾਂ ਨੂੰ ਪੈਸੇ ਨੇ, ਗੁਰੂ ਦੇ ਪੈਸੇ ਨੇ ਇਹਨਾਂ ਦੀ ਮੱਤ ਮਾਰ ਦਿੱਤੀ, ਗੋਲਕ ਦੇ ਪੈਸੇ ਨੇ। ਇਹ ਮਹਿਸੂਸ ਕਰਦੇ ਨੇ ਕਿ ਗੁਰੂ ਤੇ ਹੈ ਹੀ ਨਹੀਂ ਕਿਤੇ। ਮਤਲਬ ਗੁਰੂ ਸਾਹਿਬ ਤੋਂ ਲੋਕ ਵੱਡੇ ਹੋ ਗਏ ਜੀ। ਇਹ ਆਪਣੇ ਆਪ ਨੂੰ ਵੱਡਾ ਸਮਝਦਾ। ਸੰਗਤ ਨੂੰ ਜਿੱਦਣ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ 'ਚ, ਉਦੋਂ ਸਾਡਾ ਮਸਲਾ ਹੱਲ ਹੋ ਗਿਆ। ਪਰ ਸ਼੍ਰੋਮਣੀ ਅਕਾਲੀ ਦਲ ਫਿਰ ਵੀ ਜਿੱਤ ਜਾਂਦਾ ਜੀ, ਬੜੀਆਂ ਕੋਸ਼ਿਸ਼ਾਂ ਹੁੰਦੀਆਂ ਨੇ। ਜਿੱਤਿਆ ਤਾਂ ਨਹੀਂ ਅਜੇ। ਆ ਵੇਖੋ ਤਿੰਨ ਸੀਟਾਂ ਜਿੱਤੀਆਂ, ਦੁਆਬੇ 'ਚੋਂ, ਮਾਲਵੇ 'ਚੋਂ, ਮਾਝੇ 'ਚੋਂ। ਸ਼੍ਰੋਮਣੀ ਅਕਾਲੀ ਦਲ ਨੂੰ 22 ਦੀਆਂ ਚੋਣਾਂ 'ਚ 3 ਸੀਟਾਂ ਮਿਲਦੀਆਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਹੈਗੇ ਨੇ ਕਿ ਪੰਥ ਖਤਰੇ 'ਚ ਆ ਗਿਆ। ਪੰਥ ਖਤਰੇ 'ਚ ਆ ਗਿਆ। ਖਤਰੇ 'ਚ ਬਾਦਲ ਆਇਆ ਤੇ ਇਹ ਆਪ ਆਇਆ ਜਿਹੜਾ ਕਹਿਣ ਡਿਆ। ਦੇਖੋ ਕਿੱਡਾ ਨਲਾਇਕ ਬੰਦਾ ਕਹਿ ਰਿਹਾ ਜੀ ਅਕਾਲੀ ਦਲ ਨੇਸ ਤੋਂ ਨਬੂਦ ਹੋ ਗਿਆ ਤੇ ਸਿੱਖ ਜਿਹੜੇ ਬਦਤਮੀਜ਼ ਹੋ ਗਏ। ਇਹ ਪ੍ਰਕਾਸ਼ ਸਿੰਘ ਬਾਦਲ ਜਿਹੜਾ ਇਹ ਜੰਮ ਹੋ ਕੇ ਟੱਕਰਿਆ ਸਾਡੀ ਕੌਮ ਨੂੰ, ਪਰ ਗੁਰੂ ਸਾਹਿਬ ਨੇ ਇਹਨੂੰ ਆਪਣੀ ਸ਼ਹਾਦਤ ਦੇ ਕੇ ਥੱਲੇ ਸੁੱਟਿਆ। ਤੁਸੀਂ ਦੇਖ ਰਹੇ ਹੋ ABC ਪੰਜਾਬ ਔਰ ਅੱਜ ਅਸੀਂ ਗੱਲ ਕਰਾਂਗੇ ਉਸ ਦਿਨ ਦੀ ਜਿਸ ਦਿਨ ਨੇ ਆਉਣ ਵਾਲੀਆਂ ਸਦੀਆਂ ਵੀ ਯਾਦ ਕਰਦੀਆਂ ਰਹਿਣਗੀਆਂ। ਮਸਲਾ ਚਾਹੇ 13 ਅਪ੍ਰੈਲ 1978 ਦਾ ਹੋਵੇ, ਜਦ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਚ 13 ਸਿੱਖਾਂ ਦਾ ਕਤਲ ਹੁੰਦਾ, ਜਦ ਨਿਰੰਕਾਰੀਆਂ ਦਾ ਜਲਸਾ ਚੱਲ ਰਿਹਾ। ਹਾਲਾਂਕਿ ਉਸ ਜਲਸੇ ਦੀ ਪਰਮਿਸ਼ਨ ਦੇਣ ਦੀ ਸਰਕਾਰ ਨੂੰ ਲੋੜ ਨਹੀਂ ਸੀ, ਫਿਰ ਉਹ ਪ੍ਰੋਗਰਾਮ ਵੀ ਚੱਲਦਾ ਰਿਹਾ ਤੇ 13 ਸਿੰਘ ਕਤਲ ਵੀ ਹੋ ਗਏ। ਦੇਸ਼ ਦੀਆਂ ਅਦਾਲਤਾਂ ਦਾ ਸਾਰਿਆਂ ਨੂੰ ਪਤਾ ਕਿ ਇਨਸਾਫ ਨਹੀਂ ਮਿਲਦਾ ਹੈਗਾ। ਤੇ ਫਿਰ 24 ਅਪ੍ਰੈਲ 1980 ਦਾ ਦਿਨ ਵੀ ਆ ਜਾਂਦਾ, ਜਦ ਨਿਰੰਕਾਰੀ ਸੰਪਰਦਾਇ ਦੇ ਮੁਖੀ ਗੁਰਬਚਨ ਸਿੰਘ ਹੋਣਾ ਦਾ ਦਿੱਲੀ 'ਚ ਕਤਲ ਹੋ ਜਾਂਦਾ। ਤੇ 24 ਅਪ੍ਰੈਲ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ। ਭਾਈ ਰਣਜੀਤ ਸਿੰਘ ਹੋਣੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹਿ ਚੁੱਕੇ ਨੇ ਕਿ ਉਸ ਦਿਖਾਂਤ ਨੇ 13 ਅਪ੍ਰੈਲ 1978 ਨੇ ਪੰਜਾਬ ਨੂੰ ਲਾ ਕੇ ਰੱਖ ਦਿੱਤਾ। ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਸਮਾਜਿਕ ਤਾਣਾ ਬਾਣਾ ਵਿਗੜਿਆ ਤੇ ਆਰਥਿਕ ਪੱਖੋਂ ਵੀ। ਤੇ ਉਸ ਪੂਰੇ ਸਨਮੁਖ ਦੇ ਸੰਦਰਭ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਣੀ ਜਿਹੜੇ ਪੰਥਕ ਲਹਿਰ ਵੀ ਚਲਾ ਰਹੇ ਨੇ। ਭਾਈ ਸਾਹਿਬ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ 24 ਅਪ੍ਰੈਲ ਦਿਨ ਲਾ ਲਓ ਜਾਂ 13 ਅਪ੍ਰੈਲ 1978 ਲਾ ਲਓਗੇ, ਉਹ ਦਿਨ ਉਹ ਮੰਨਦੇ ਹੈਗੇ ਕਿ ਉਸ ਦਿਨ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਜੀ। ਬਿਲਕੁਲ ਬਿਲਕੁਲ। ਇਹ ਜਿਹੜੇ ਅਸੀਂ ਅੱਜ ਦਿਨ ਦੇਖ ਰਹੇ ਹਾਂ ਇਹਦੀ ਜੜ ਉੱਥੇ ਜਾ ਕੇ ਲੱਗਦੀ ਜੀ। ਜੋ ਸਾਡਾ ਪੰਜਾਬ ਦਾ ਅਖਲਾਕੀ, ਜਾਨੀ, ਮਾਲੀ ਨੁਕਸਾਨ ਹੋਇਆ ਉਹ ਕਿਤੇ ਨਾ ਕਿਤੇ ਉੱਥੋਂ ਹੀ ਸ਼ੁਰੂਆਤ ਹੁੰਦੀ ਆ।
ਜਿਹੜੀ 13 ਅਪ੍ਰੈਲ ਨੂੰ ਜਿਹੜਾ ਘੱਲੂਘਾਰਾ ਹੋਇਆ, ਜਿਹੜਾ ਨੁਕਸਾਨ ਹੋਇਆ ਸਿੱਖਾਂ ਦਾ ਗੋਲੀਆਂ ਦੀਆਂ ਨਿਸ਼ਾਨਾਂ ਨਾਲ, ਤਕਰੀਬਨ 13 ਸਿੱਖ ਜਿਹੜੇ ਮਾਰ ਦਿੱਤੇ। ਤੇ ਉਸ ਤੋਂ ਬਾਅਦ ਜਿਹੜੀ ਨਲਾਇਕੀ ਲੀਡਰਸ਼ਿਪ ਦੀ ਸਰਕਾਰ ਦੀ, ਜਿਨ੍ਹਾਂ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਸੰਭਾਲੀਆਂ, ਜ਼ਿੰਮੇਵਾਰੀਆਂ ਸੰਭਾਲਦੇ ਤੇ ਇਹ 13 ਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਵੀ ਕਿਤੇ ਰੁਕਾਵਟ ਮਿਲ ਸਕਦੀ, ਵਿਸ਼ਰਾਮ ਮਿਲ ਸਕਦਾ ਸੀ, ਪਰ ਜੇ ਜਸਟਿਸ ਮਿਲ ਜਾਂਦਾ ਤਾਂ। ਮਤਲਬ 13 ਅਪ੍ਰੈਲ ਤੋਂ ਪਹਿਲਾਂ ਵੀ ਮੌਕੇ ਦੀ ਜਿਹੜੀ ਸਰਕਾਰ ਸੀ, ਨਾ ਉਸ ਸਮੇਂ ਵੇਲਾ ਸਾਂਭਿਆ ਤੇ ਨਾ 13 ਅਪ੍ਰੈਲ ਤੋਂ ਬਾਅਦ ਵੇਲਾ ਸਾਂਭਿਆ ਗਿਆ। ਨਾ ਪਹਿਲਾਂ ਵੀ ਦੇਖੋ, ਇੱਕ ਤਾਂ ਕੋਈ ਵੀ ਧਿਰ ਜਿਹੜੀ ਆ ਸਰਕਾਰ ਦੀ, ਭਾਵੇਂ ਡੀਸੀ ਹੋਵੇ ਭਾਵੇਂ ਐਸਐਸਪੀ ਹੋਵੇ, ਉਹ ਮਨਜ਼ੂਰੀ ਦੇਣ ਦੀ ਰੌਂਚ ਨਹੀਂ, ਉਹਨਾਂ ਮਨਜ਼ੂਰੀ ਦਿੱਤੀ ਨਹੀਂ। ਇੱਕ ਐਸਡੀਐਮ ਉਹ ਵੀ ਛੁੱਟੀ 'ਤੇ ਚਲੇ ਗਿਆ। ਤੁਸੀਂ ਇੱਕ ਖੁੱਲ੍ਹਾ ਮੈਦਾਨ ਦੇ ਦਿੱਤਾ ਵਿਸਾਖੀ ਵਾਲੇ ਦਿਨ, ਸਾਡੇ ਉਸ ਧਰਤੀ 'ਤੇ ਜਿਹੜੀ ਗੁਰੂ ਪੀਰਾਂ ਦੀ ਧਰਤੀ ਆ, ਜਿਹੜੀ ਮੁੱਲ ਲੈ ਕੇ ਸ਼ਹਿਰ ਵਸਾਇਆ ਜਿਹੜਾ ਗੁਰੂ ਸਾਹਿਬ ਨੇ, ਜਿੱਥੇ ਵਿਸਾਖੀ ਨੂੰ ਹਰੇਕ ਸਿੱਖ ਆ ਕੇ ਦਰਸ਼ਨ ਕਰਦਾ, ਇਸ਼ਨਾਨ ਕਰਦਾ। ਉਸੇ ਦਿਨ ਉਸੇ ਸ਼ਹਿਰ, ਛੋਟੇ ਜਿਹੇ ਸ਼ਹਿਰ ਦੇ ਵਿੱਚ ਇਹ ਦੂਸਰਾ ਜਿਹੜਾ ਜਲੂਸ ਕੱਢਿਆ ਨਿਰੰਕਾਰੀ ਬਾਬਾ ਨੇ, ਤੋਂ ਜਿਹੜਾ ਚੜਾਇਆ ਇੱਕ ਸਿੱਖ ਕੌਮ ਨੂੰ ਵੀ ਇਹ ਗੁਰੂ ਗੋਬਿੰਦ ਸਿੰਘ 5 ਪਿਆਰੇ ਸਾਜ ਸਕਦਾ, ਮੈਂ 7 ਸਾਜਿਆ। ਤੋ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਅੱਜ ਕੋਈ ਥਾਂ ਨਹੀਂ ਰੱਖਦਾ। ਤੋ ਸਿੱਖ ਜਿਹੜੇ ਆ ਉਹ ਇੰਨੇ ਗਏ ਗੁਜ਼ਰੇ ਨਹੀਂ ਕਿ ਪਿਓ ਸਹਿਣ ਕਰ ਲੈਣ ਜਾਂ ਵੇਲੇ ਨੂੰ ਟਪਾ ਲੈਣ, ਕਿਉਂਕਿ ਸਾਨੂੰ ਹੁਕਮ ਹੈ ਮਹਾਰਾਜ ਦਾ ਕਿ ਗੁਰੂ ਦੀ ਨਿੰਦਾ ਨਹੀਂ ਸੁਣਨੀ। ਜਸਦਰ ਸਾਹਿਬ, ਤੁਹਾਨੂੰ ਲੱਗਦਾ ਕਿ ਤੁਸੀਂ ਉਹ ਜਜ਼ਬਾਤੀ ਹੋ ਕਿ ਜਾਂ ਕੋਈ ਇੱਦਾਂ ਦੀ ਆਵਾਜ਼ ਆਉਂਦੀ ਹੈ ਵਾਹਿਗੁਰੂ ਦੀ, ਕਿ ਜਾਂ ਤੁਹਾਡੇ ਪੱਲੇ ਉਹ ਸਾਰੀ ਸੇਵਾ ਲਿਖੀ ਸੀ? ਇਹ ਪਰਮਾਤਮਾ ਜਾਣੇ ਜੀ, ਆਪਾਂ ਤਾਂ ਕੀ ਕਹਿ ਸਕਦੇ ਹਾਂ। ਬਾਕੀ ਤੁਸੀਂ ਇਹ ਕੇਸ ਬਾਰੇ ਕੋਈ ਜਾਣਕਾਰੀ ਚਾਹੁੰਦੇ ਤਾਂ ਹਾਈ ਕੋਰਟ ਦੇ ਜਿਹੜੀ ਹਾਈ ਕੋਰਟ ਦੇ ਫੈਸਲਿਆਂ ਦੀ ਲਿਸਟ ਆ, ਇੰਟਰਨੈਟ 'ਤੇ ਪਈ ਆ, ਤੁਸੀਂ ਪੜ੍ਹ ਸਕਦੇ ਹੋ। ਅੱਛਾ, ਕਿ ਹੋਰ ਤੁਹਾਨੂੰ ਲੱਗਦਾ ਕਿ ਜੇ ਮੌਕੇ ਦੀਆਂ ਸਰਕਾਰਾਂ ਉਹ ਸਜ਼ਾ ਦੇ ਦਿੰਦੇ ਜਿਹਨਾਂ ਦਾ ਕਸੂਰਵਾਰ ਬਣਦਾ, ਤੇ ਸ਼ਾਇਦ ਇਹ ਨਾ ਦਿਨ ਦੇਖਣੇ ਪੈਂਦੇ ਪੰਜਾਬ ਨੂੰ ਵੀ? ਇਹ ਸਰਕਾਰਾਂ ਦੇ ਪੱਖਪਾਤ ਕਰਕੇ, ਇੱਕ ਤੇ ਨਿਰੰਕਾਰੀ ਬਾਬਾ ਨੂੰ ਉਹਦੇ 63 ਚੇਲਿਆਂ ਨੂੰ ਸਜ਼ਾ ਨਹੀਂ ਮਿਲੀ, ਔਰ ਉਹਨੇ 1.5 ਸਾਲ 'ਚ ਕਲੀਅਰ ਕਰਤਾ। ਔਰ ਰਣਜੀਤ ਸਿੰਘ ਨੂੰ 13 ਸਾਲ ਬਾਅਦ ਹੁਕਮ ਮਿਲਿਆ ਕਿ ਇਹ ਤੇਰੀ ਸਜ਼ਾ। 13 ਸਾਲ ਤੱਕ ਬਿਨਾਂ ਕਿਸੇ ਕੇਸ ਚੱਲੇ ਦੇ ਅੰਡਰ ਟ੍ਰਾਇਲ ਕਟਾ ਕੇ ਇਕੱਲੇ ਨੂੰ 13 ਸਾਲ ਕਟਵਾਤੇ, ਕਿਉਂਕਿ ਸਰਕਾਰ ਆ। ਤੋ ਸਰਕਾਰਾਂ ਦੀ ਸਰਕਾਰਾਂ ਨੇ ਜਿਹੜੀ ਨਿਆਂਪਾਲਿਕਾ ਆ ਜਾਂ ਇਨਸਾਫ ਆ, ਜਸਟਿਸ ਆ, ਉਹ ਅਮੂਮ ਦੀ ਨੱਕ ਬਣਾਤੀ, ਜਿੱਧਰ ਨੂੰ ਮਰਜ਼ੀ ਬੋਲ ਲਓ। ਜਿਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਨਹੀਂ ਮਿਲੀ, ਤੇ ਜਿਨ੍ਹਾਂ ਨੂੰ ਨਹੀਂ ਮਿਲਣੀ ਚਾਹੀਦੀ ਉਹਨੂੰ ਦਿੱਤੀ ਗਈ। ਇੱਕ ਤਾਂ ਜਿਹੜਾ ਨਿਰੰਕਾਰੀ ਬਾਬਾ ਆ ਜਾਂ ਉਹਦੇ ਚੇਲੇ ਨੇ, 63 ਚੇਲੇ ਆ, ਇਹ ਕਤਲ ਵਾਲੀ ਥਾਂ 'ਤੇ ਨਾ ਆਉਣ, ਥਾਣੇ 'ਚ ਨਾ ਆਉਣ, ਇਹਨਾਂ ਦੀ ਕੋਈ ਇਨਵੈਸਟੀਗੇਸ਼ਨ ਨਾ ਹੋਵੇ, ਕੇਸ ਚੱਲੇ ਤੇ ਹਰਿਆਣੇ 'ਚ ਚੱਲੇ। ਤਾਂ ਮੈਂ ਸਮਝਦਾ ਕਿ ਪੰਜਾਬ ਸਰਕਾਰ ਦੇ ਪੱਲੇ ਕੀ ਆ। ਇਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਉਦੋਂ CM ਸੀ, ਇਹ ਕੀ ਕਹਿਣਾ ਚਾਹੂਗਾ, ਕੀ ਇਹਦੀ ਪਾਵਰ ਸੀ, ਕੀ ਇਹਦਾ ਇੱਕ ਮਰਡਰ ਕੇਸ ਹੋ ਰਹੇ ਨੇ, ਤੂਫਾਨ ਮੱਚ ਗਿਆ, ਇੰਨੀ ਗੁੱਸੇ ਦੀ ਲਹਿਰ ਚੱਲੀ ਪੰਜਾਬ ਦੇ ਵਿੱਚ, ਪਰ ਇਸ ਬੰਦੇ ਨੇ ਉਸ ਕੇਸ ਨੂੰ ਜਿਵੇਂ ਰਫਾ ਦਫਾ ਕਰ ਦਿੱਤਾ। ਔਰ ਫਿਰ ਜੋ ਕਰਨਾਲ ਦੇ ਵਿੱਚ ਜਸਟਿਸ ਨੇ, ਜੱਜ ਨੇ ਉਹਨਾਂ ਨੂੰ ਬਰੀ ਕੀਤਾ, ਉਸ ਸਮੇਂ ਵੀ 3 ਬੰਦੇ ਸੀਗੇ ਜਿਹੜੇ ਉਹਦੇ ਵਿੱਚ ਫਰਾਰ ਸੀਗੇ, ਤੇ ਉਹਨਾਂ ਦੀਆਂ ਉਸ ਵੇਲੇ ਜ਼ਮਾਨਤਾਂ ਹੋ ਗਈਆਂ। ਕਦੀ ਸਾਰਾ ਕੇਸ ਚੱਲਣ ਦੇ ਬਾਵਜੂਦ ਜਿਹੜੇ ਫਰਾਰ ਰਹਿੰਦੇ ਨੇ ਉਹਨਾਂ ਦੀ ਬਾਹਰੋਂ ਬਾਹਰ ਜ਼ਮਾਨਤ ਹੋਈ ਕਦੀ? ਉਹ ਵੀ ਸੈਸ਼ਨ ਕੋਰਟ ਰਾਜ ਉੱਥੇ ਹੋਈ, ਉਸੇ ਦਿਨ ਹੋਈ। ਉਸ ਤੋਂ ਬਾਅਦ ਜਿਹੜੀ ਅਪੀਲ ਸੀ, ਉਹ ਸਾਡੇ CM ਸਾਹਿਬ ਨੇ, ਬਾਦਲ ਸਾਹਿਬ ਨੇ ਉੱਤੇ ਸਾਈਨ ਹੀ ਨਹੀਂ ਕੀਤੇ। 3 ਮਹੀਨਿਆਂ ਦਾ ਟਾਈਮ ਸੀ, ਉਹ ਕੱਢ ਦਿੱਤਾ। ਚੁਣੌਤੀ ਦਿੱਤੀ ਨਹੀਂ ਦਿੱਤੀ ਹਾਈ ਕੋਰਟ ਨੂੰ। ਇਹ ਹਾਈ ਕੋਰਟ ਦਾ ਦਰਵਾਜ਼ਾ ਨਹੀਂ ਐਂਟਰ ਕਰਨ ਦਿੱਤਾ ਇਸ ਕੇਸ ਨੂੰ। ਇਹ ਕਹਿ ਰਹੇ ਉਦੋਂ ਬਾਅਦ 'ਚ ਸਰਕਾਰ ਤੋੜਤੀ ਹੀ ਇੰਦਰਾ ਗਾਂਧੀ ਨੇ, ਨਹੀਂ ਗਵਰਨਰ ਰੂਲ ਲੱਗ ਗਿਆ ਸੀ ਜੀ। ਨਹੀਂ ਉਹਦੀ ਸਰਕਾਰ ਟੁੱਟੀ ਹੈ ਇਹਦੇ ਵਰੀ ਹੋਣ ਤੋਂ ਬਾਅਦ, ਕਿਤੇ ਬਹੁਤ ਦੇਰ ਬਾਅਦ।
ਅੱਛਾ ਇੱਕ ਹੋਰ ਜਦੋਂ ਤੁਹਾਨੂੰ 13 ਸਾਲ ਤੁਸੀਂ ਰਹੇ ਹੈਗੇ ਔਰ ਫਿਰ ਅਕਾਲ ਤਖਤ ਦੇ ਜਥੇਦਾਰ ਵੀ ਲਗਾਇਆ ਜਾਂਦਾ, ਫਿਰ 99 'ਚ ਤੁਹਾਨੂੰ ਹਟਾਏ ਵੀ ਜਾਂਦੇ ਹੈਗੇ ਨੇ। ਹਾਂ ਇਹਦੇ ਪਿੱਛੇ ਵੀ ਅਕਾਲੀ ਦਲ ਦਾ ਹੱਥ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੱਥ ਜਾਂ ਅਕਾਲੀ ਦਲ ਦਾ ਨਹੀਂ, ਪ੍ਰਕਾਸ਼ ਸਿੰਘ ਬਾਦਲ ਦਾ, ਨਰੋਲ ਬਾਦਲ ਦਾ। ਇੱਕ ਜਿਹੜੇ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਇਹਦੀਆਂ ਚਿੜੀਆਂ ਨੇ, ਜਿਵੇਂ ਕਿਹਾ ਫਰੀਦ ਨੇ ਮਰ ਜਾਓ ਚਿੜੀਆਂ, ਚਿੜੀਆਂ ਮਰ ਗਈਆਂ। ਇਹ ਜਦੋਂ ਮਰਜ਼ੀ ਚਿੜੀਆਂ ਨੂੰ ਮਾਰ ਲੈਂਦਾ, ਜਦੋਂ ਮਰਜ਼ੀ ਜਵਾ ਲੈਂਦਾ। ਇੱਕ ਰਣਜੀਤ ਸਿੰਘ ਦੇ ਖਿਲਾਫ ਇੱਕ ਚਿੱਠੀ ਜਾਰੀ ਕੀਤੀ SGPC ਮੈਂਬਰਾਂ ਨੇ, ਤੇ ਕੀਤੀ ਪ੍ਰਕਾਸ਼ ਸਿੰਘ ਬਾਦਲ ਦੀ CM ਹਾਊਸ ਦੀ ਫੈਕਸ ਤੋਂ। CM ਹਾਊਸ ਦੀ ਫੈਕਸ ਤੋਂ ਉਹ ਚਿੱਠੀ ਮੈਨੂੰ ਆਈ। ਫਿਰ ਮੈਂ ਜਦੋਂ ਅਗਲੇ ਦਿਨ ਪੁੱਛਿਆ ਬਾਦਲ ਨੂੰ ਵੀ ਇਹ ਚਿੱਠੀ ਤੁਹਾਡੀ ਮਰਜ਼ੀ ਨਾਲ ਤੁਹਾਡੀ ਫੈਕਸ ਤੋਂ ਆਈ ਹੈ, ਇਹ ਜਵਾਬ ਨਹੀਂ ਸੀ ਕੋਈ। ਉਹ ਸਾਰਾ ਕੁਝ ਪ੍ਰਕਾਸ਼ ਸਿੰਘ ਬਾਦਲ ਆ ਸਾਡਾ। ਜੇ ਅੱਜ ਬਰਬਾਦੀ ਦੇ ਕੰਢੇ ਤੇ ਅਸੀਂ ਬੈਠੇ ਹਾਂ, ਤੇ ਉਹਦੇ ਲਈ ਨਰੋਲ ਕੱਲਾ ਪ੍ਰਕਾਸ਼ ਸਿੰਘ ਬਾਦਲ ਤੇ ਉਹਦੀ ਫੈਮਿਲੀ ਦੋਸ਼ੀ ਨਹੀਂ। ਪੰਜਾਬ ਬਰਬਾਦੀ ਦੇ ਕੰਢੇ ਤੇ ਕਿ ਜਿਹੜਾ ਪੰਥ ਦੇ ਵਿੱਚ ਨਗਾਰਾ ਆ? ਪੰਜਾਬ ਤੇ ਪੰਥ ਇੱਕੋ ਹੀ ਗੱਲ ਹੈ। ਹੁਣ ਪੰਜਾਬ, ਜਦੋਂ ਅਸੀਂ ਜਿਹੜੇ ਪੰਜਾਬ 'ਚ ਰਹਿੰਦੇ ਆ, ਉਹਦੇ 'ਚ ਜੇ ਸਾਰਾ ਪੰਜਾਬ ਤਬਾਹੀ ਦੇ ਕੰਢੇ ਤੇ ਬੈਠਾ, ਤੇ ਪੰਥ ਆਪੇ ਹੋ ਗਿਆ। ਤੇ ਪੰਥ ਦੀਆਂ ਰਹੁ ਰੀਤਾਂ ਤੇ ਮਰਿਆਦਾ ਜਿਹੜੀ ਆ, ਤੇ ਗੁਰੂ ਨਾਨਕ ਦੀ ਸੱਚੀ ਪਾਤਸ਼ਾਹੀ ਨੂੰ ਜਿਹੜਾ ਇਹਨਾਂ ਨੂੰ ਨੁਕਸਾਨ ਪਹੁੰਚਾਇਆ ਪ੍ਰਕਾਸ਼ ਸਿੰਘ ਬਾਦਲ ਨੇ, ਉਹ ਸਾਰੀਆਂ ਦੇ ਅੱਖਾਂ ਸਾਹਮਣੇ। ਇੱਕ ਬੰਦਾ ਹੈ, ਅੰਦਰੋਂ ਸੁੱਕਾ ਪਿਆ, ਉਹ ਕਰਤਾਰ ਤੋਂ ਬੇਮੁਖ ਆ, ਕਰਤਾ ਪੁਰਖ ਤੋਂ ਬੇਮੁਖ ਆ, ਅਖਲਾਕ ਤੋਂ ਡਿੱਗਾ ਹੋਇਆ, ਆਪਣੀ ਸਰਦਾਰੀ ਆਪਣੇ ਹੰਕਾਰ ਦੇ ਵਿੱਚ ਹੀ ਮਰਿਆ ਪਿਆ। ਉਹ ਅਕਾਲ ਤਖਤ ਨੂੰ ਨਹੀਂ ਚੱਲਣ ਦੇ ਰਿਹਾ, ਉਹ ਕਮੇਟੀ ਨੂੰ ਨਹੀਂ ਚੱਲਣ ਦੇ ਰਿਹਾ। ਉਹਨੇ ਨਾ ਅਕਾਲੀ ਦਲ ਨੂੰ ਚੱਲਣ ਦਿੱਤਾ, ਨਾ ਉਹਨੇ ਸੈਂਟਰ 'ਚ ਕੋਈ ਭਾਈਵਾਲੀ ਲਈ ਚੰਗਾ ਮਿਨਿਸਟਰ ਦਿੱਤਾ। ਉਹ ਸਾਡੀ ਸਾਰੀ ਸਿੱਖਾਂ ਦੀ ਪਾਵਰ ਜਿਹੜੀ ਆ ਉਹ ਲੈ ਕੇ, ਤੇ ਉਹਨੇ ਇੱਕ ਹੋਟਲ ਤੇ ਇੱਕ ਜ਼ਮੀਨਾਂ ਇਕੱਠੀਆਂ ਕਰਨ, ਇੱਕ ਬੱਸਾਂ ਇਕੱਠੀਆਂ ਕਰਨ ਚਲਾਤੀ। ਤੇ ਉਹਦੇ ਯਾਸ਼ ਮੁੰਡੇ ਨੇ ਜਿਹੜਾ ਬੇੜਾ ਗਰਕ ਕੀਤਾ ਸਾਡੀ ਧਰਮ ਦੀ ਧਰੋਹਰ ਦਾ, ਉਹ ਸਾਰਿਆਂ ਦੇ ਸਾਹਮਣੇ। ਜੀ ਭਾਈ ਸਾਹਿਬ, ਕੀ ਗੱਲ ਹੈ ਕਿ ਜਦੋਂ ਨਿਰੰਕਾਰੀ ਕਾਂਡ 13 ਅਪ੍ਰੈਲ 1978 ਨੂੰ ਵਾਪਰਦਾ, ਤਾਂ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਸਰਕਾਰ। ਜਦੋਂ ਨਕੋਦਰ ਕਾਂਡ ਵਾਪਰਦਾ, ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਜਦੋਂ ਬਰਗਾੜੀ ਵਾਪਰਦਾ ਹੈਗਾ, ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਦੇਖੋ, ਇਹਨਾਂ ਦਾ ਹੁਣ ਪੇਸ਼ ਨਹੀਂ ਗਈ, ਨਹੀਂ ਤੇ ਹੁਣ ਵੀ ਇਹ ਕਰਦੇ ਕੁਛ ਨਾ ਕੁਛ। ਹੁਣ ਅਸਲ 'ਚ ਇਹ ਨੰਗਾ ਚਿੱਟਾ ਸਭ ਤੋਂ ਹਿਸਟਰੀ ਆ ਤੁਹਾਡੇ ਸਾਹਮਣੇ। ਇਹ ਜਦੋਂ ਬਣਿਆ, ਉਦੋਂ ਨੇ ਨਕਸਲਾਈਟ ਜਿਹੜੇ ਬੱਚੇ ਸੀਗੇ, ਉਹਨਾਂ ਨੂੰ ਇਹਨੇ ਨਹਿਰ 'ਚ ਸੁਟਵਾਇਆ ਜਿਉਂਦਿਆਂ ਨੂੰ, ਸਾਈਕਲ ਸਮੇਤ, ਸਕੂਟਰ ਸਮੇਤ। ਇਸ ਨੇ ਨਕਸਲਾਈਟ ਬੱਚੇ ਜਿਹੜੇ ਮਾਰੇ, ਸਭ ਤੋਂ ਪਹਿਲੀ ਸਰਕਾਰ 'ਚ ਉਹ ਕਤਲੇਆਮ ਕਰਵਾਇਆ। ਉਸ ਤੋਂ ਬਾਅਦ ਫਿਰ ਇਹ 78 'ਚ ਇਹ ਕਾਰਾ ਕਰਵਾਇਆ। ਫਿਰ ਅਫਸੋਸ ਨਹੀਂ ਫਿਰ, ਬਲਕਿ ਇਹੋ ਜਿਹੀਆਂ ਘਟਨਾਵਾਂ ਤੋਂ ਇਹਨੂੰ ਬਲ ਮਿਲਿਆ, ਤੇ ਇਹਨੇ ਉਹਨੂੰ ਤਜਰਬੇ ਦੇ ਤੌਰ ਤੇ ਬਾਰ-ਬਾਰ ਵਰਤਿਆ ਕਿ ਪੰਥ ਇਕੱਠਾ ਹੋ ਗਿਆ, ਵੋਟ ਇਕੱਠੀ ਹੋ ਗਈ, ਮਿਲਣੀ ਤੇ ਅਕਾਲੀ ਦਲ ਨੂੰ ਹੀ ਹੈ। ਇਹ ਸਾਡੀ ਬਦਨਸੀਬੀ ਸੀ ਸਿੱਖਾਂ ਦੀ। ਤਾਂ ਲੱਗਦਾ ਕਿ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਜਾਂ ਕਾਂਗਰਸ ਦੀ ਸਰਕਾਰ ਹੈ ਪੰਜਾਬ ਦੇ ਅੰਦਰ, ਜੀ ਪੰਜਾਬ ਦਾ ਭਲਾ ਨਹੀਂ ਕਰ ਪਈਆਂ ਹੈਗੀਆਂ। ਜਿਹੜਾ 13 ਅਪ੍ਰੈਲ 1978 ਤੋਂ ਪੰਜਾਬ ਨੇ ਨੁਕਸਾਨ ਖਾਦਾ, ਇਹਨਾਂ ਸਿਆਸੀ ਪਾਰਟੀਆਂ ਦੀ ਜਿਹੜੀਆਂ ਸਰਕਾਰਾਂ ਬਣਦੀਆਂ ਰਹੀਆਂ ਹੈਗੀਆਂ, ਪੰਜਾਬ ਨੂੰ ਉਹਨਾਂ ਜ਼ਖਮਾਂ 'ਚੋਂ ਬਾਹਰ ਨਹੀਂ ਕੱਢਿਆ ਹੈਗਾ। ਪੰਜਾਬ ਡੋਬਿਆ, ਪੰਜਾਬ ਤਰਿਆ ਨਹੀਂ ਹੈਗਾ ਜੀ। ਬਿਲਕੁਲ ਇਹ ਸਾਨੂੰ ਇਹ ਵੀ ਦੁੱਖ ਆ ਕਿ ਜਿਹੜੀ ਵੀ ਆਪੋਜੀਸ਼ਨ ਸਰਕਾਰ ਬਣੀ, ਉਹ ਵੀ ਉਹਦੀ ਭਰਾ ਹੀ ਨਿਕਲੀ, ਉਹਦੀ ਭਾਈਵਾਲ ਹੀ ਨਿਕਲੀ, ਜਿਹਦੀ ਵਜ੍ਹਾ ਨਾਲ ਇੱਕ ਤੇ ਕਰਪਸ਼ਨ ਦਾ ਬੋਲਬਾਲਾ ਰਿਹਾ, ਤੇ ਜਿਹੜੇ ਪੰਜਾਬ ਸਰਕਾਰ ਸੀ ਉਹ ਕਰਜ਼ਾਈ ਹੋ ਗਈ। ਅੱਜ ਜਿਹੜੀ ਪੰਜਾਬ ਸਰਕਾਰ ਆ, ਉਹਦਾ ਜਿਹੜੀ ਕਿਸ਼ਤ ਆ ਦੇਣੀ, ਜਿਹੜਾ ਉਹਦਾ ਲੋਕਾਂ ਨੂੰ ਪਤਾ ਲੱਗ ਜਾਏ, ਤਾਂ ਲੋਕੀ ਉਦੋਂ ਹੱਥਾਂ ਨੂੰ ਦੰਦੀਆਂ ਵੱਢਣਗੇ ਕਿ ਅਸੀਂ ਇਹਨਾਂ ਨੂੰ ਵੋਟਾਂ ਕਿਉਂ ਪਾਉਂਦੇ ਰਹੇ। ਅਸੀਂ ਪੰਜਾਬ ਦੇ ਵਿੱਚ ਨਾ ਕੋਈ ਡਿਵੈਲਪਮੈਂਟ, ਨਾ ਕੋਈ ਫੈਕਟਰੀ, ਨਾ ਕੋਈ ਨੌਕਰੀਆਂ ਦਾ ਬੰਨ੍ਹ ਹੀ ਵੱਜ ਗਿਆ, ਅੱਗੇ ਕੋਈ ਕੰਮ ਮਿਲਦੀ ਨਹੀਂ ਕਿਸੇ ਨੂੰ। ਤੋ ਬੱਚੇ ਵਿਚਾਰੇ ਬਾਹਰ ਜਾ ਰਹੇ ਨੇ, ਵੀਜ਼ਾ ਲਵਾ ਕੇ ਧੱਕੇ ਖਾ ਰਹੇ ਨੇ 7 ਸਮੁੰਦਰੋਂ ਪਾਰ, ਜਿਨ੍ਹਾਂ ਦੇ ਇੱਕ ਬੱਚਾ ਭੇਜਣ ਨੂੰ ਜੀ ਨਹੀਂ ਕਰਦਾ, ਲੇਕਿਨ ਭੇਜ ਰਹੇ ਨੇ ਲੋਕ, ਕਿਉਂਕਿ ਇੱਥੇ ਹੈ ਕੁਛ ਨਹੀਂ, ਨਾ ਐਜੂਕੇਸ਼ਨ ਹੈ, ਨਾ ਨੌਕਰੀ ਆ। ਤੋ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਜਿਹੜੀ ਦੇਖਣ 'ਚ ਗੱਲ ਆਉਂਦੀ ਆ, ਆਰੀਆ ਸਮਾਜੀ ਹੋਣ, ਕ੍ਰਿਸਚਨ ਭਰਾ ਹੋਣ, ਉਹਨਾਂ ਦੀ ਐਜੂਕੇਸ਼ਨ ਤੇ ਹੈਲਥ ਜਿਹੜੀ ਆ ਉਹ ਟੌਪ 'ਤੇ ਆ। ਅੱਜ DMC ਲੈ ਲਓ, CMC ਲੈ ਲਓ, ਹਸਪੀਟਲ ਆਰੀਆ ਸਮਾਜੀਆਂ ਦਾ, ਤੇ ਇੱਧਰੋਂ ਕ੍ਰਿਸਚਨ ਭਰਾਵਾਂ ਦਾ, ਕਾਲਜ ਹੋਣ, ਹਸਪੀਟਲ ਹੋਣ, ਇਹ ਵਧੀਆ ਚੱਲ ਰਿਹਾ। ਮਤਲਬ ਸ਼੍ਰੋਮਣੀ ਕਮੇਟੀ ਕੁਛ ਨਹੀਂ ਕਰ ਪਈ ਹੈਗੀ ਜੀ। ਕੀਤਾ ਹੀ ਕੁਛ ਨਹੀਂ ਕੀਤਾ, ਕੀ ਬਰਬਾਦ ਕਰਤਾ। ਉਲਟਾ
ਗੁਰੂ ਘਰ ਨੂੰ ਬਰਬਾਦ ਕਰਤਾ ਇਹਨਾਂ ਨੇ। ਦੇਖੋ ਕੋਈ ਵੀ ਸੰਸਥਾ, ਡੀਏਵੀ ਸੰਸਥਾ, ਸਾਨੂੰ ਨਹੀਂ ਲੱਗਦਾ ਕਿ ਕਿਸੇ ਮੰਦਰ ਤੋਂ ਚੜਾਵਾ ਆਉਂਦਾ ਹੋਊ ਇਹਨਾਂ ਨੂੰ। ਇਹ ਸੀਐਮਸੀ ਆਏ ਨਾ, ਸਾਨੂੰ ਨਹੀਂ ਲੱਗਦਾ ਕਿ ਕਿਸੇ ਗਿਰਜੇ ਦਾ ਚੜਾਵਾ ਆਉਂਦਾ ਹੋਊ ਇਹਨਾਂ ਨੂੰ। ਇਹਨਾਂ ਨੇ ਆਪਣੀ ਮਿਹਨਤ ਨਾਲ ਤੇ ਸੁਚੱਜੇ ਢੰਗ ਨਾਲ ਜੇ ਬੁਰਛਾਗਰਦੀ ਨਹੀਂ ਕੀਤੀ, ਖਾਧਾ ਨਹੀਂ ਲੁੱਟ ਕੇ ਸੰਸਥਾ ਨੂੰ, ਤੇ ਚੱਲਦੀਆਂ ਪਈਆਂ ਨੇ। ਔਰ ਈਸਾਈ ਸਕੂਲਾਂ ਦੇ ਵਿੱਚ ਸਾਡੇ ਬੱਚੇ ਜਿਹੜੇ ਨੇ, ਉਹਨਾਂ ਦੇ ਇੰਤਜ਼ਾਮ ਤੋਂ, ਉਹਨਾਂ ਦੀ ਐਜੂਕੇਸ਼ਨ ਤੋਂ ਪ੍ਰਭਾਵਿਤ ਹੋ ਕੇ, ਉਹਨਾਂ ਦੀ ਦਰਿਆਦਿਲੀ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਉਹ ਫੀਸ ਮਾਫ ਕਰ ਰਹੇ ਨੇ ਪੇਂਡੂ ਇਲਾਕੇ 'ਚ, ਉਹ ਕ੍ਰਿਸਚਨ ਬਣਦੇ ਜਾ ਰਹੇ ਨੇ। ਤੋ ਆਰੀਆ ਸਮਾਜੀਆਂ ਦੇ ਡੀਏਵੀ ਸਕੂਲ ਹੋਣ, ਕਾਲਜ ਹੋਣ, ਉਹ ਟੌਪ ਤੇ ਚੱਲ ਰਹੇ ਨੇ। ਸਾਰਿਆਂ ਜਿਹੜੇ ਪ੍ਰੋਫੈਸਰ ਨੇ ਤਨਖਾਹਾਂ ਮਿਲ ਰਹੀ, ਟੀਚਰਾਂ ਨੂੰ ਤਨਖਾਹਾਂ ਮਿਲ ਰਹੀਆਂ, ਸੰਸਥਾ ਕਿਸੇ ਵੀ ਨਿਰਵਿਘਨ ਚੱਲ ਰਹੀ ਹੈ, ਵਧੀਆ। ਬੱਚਿਆਂ ਦੀ ਕੋਈ ਗਿਣਤੀ ਘਟੀ ਨਹੀਂ। ਪਰ ਸਾਡੇ 37 ਸਕੂਲ ਨੇ, ਪ੍ਰਬੰਧਕ ਕਮੇਟੀ ਦੇ ਇੱਕ ਵੀ ਸਕੂਲ ਨਹੀਂ ਚੱਲ ਰਿਹਾ। ਜੇ ਚੱਲ ਰਿਹਾ ਕੋਈ ਤਾਂ ਘਾਟੇ 'ਚ ਜਾ ਰਿਹਾ। ਕਾਲਜ ਨੇ 11 ਬੰਦ ਨੇ। ਮਾਤਾ ਗੰਗਾ ਕਾਲਜ ਬਹੁਤ ਵਧੀਆ ਚੱਲਦਾ ਹੁੰਦਾ ਸੀ, ਅੱਜ ਬੰਦ ਪਿਆ, ਤੇ 30-30 ਲੱਖ ਰੁਪਇਆ ਇੱਕ ਪ੍ਰੋਫੈਸਰ ਦੀ ਪੇ ਜਮ੍ਹਾਂ ਹੋਈ। ਮੰਨਦੇ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਉੱਥੇ ਉੱਚ ਸੰਸਥਾਵਾਂ ਤੇ ਜਿਹੜੇ ਬੈਠਣੇ ਚਾਹੀਦੇ ਸਲੋਕ, ਉਹ ਬੈਠੇ ਨਹੀਂ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟੌੜਾ ਸਾਹਿਬ ਤੋਂ ਬਾਅਦ ਕੋਈ ਸੰਭਾਲ ਨਹੀਂ ਪਾਇਆ ਜੀ? ਥਾਵਾਂ ਮੱਲੀਆਂ ਨੇ, ਕੱਦ ਹੈ ਨਹੀਂ। ਬੌਣੇ ਕੱਦ ਦੇ ਬੰਦੇ ਬਿਠਾਏ ਹੋਏ ਨੇ ਇਹਨਾਂ ਸੰਸਥਾਵਾਂ ਦਾ, ਕੱਦ ਹੈ ਨਹੀਂ। ਕੌਮ ਦੀ ਕਦੀ ਵੀ ਕੌਮ ਦੀ ਇਹਦੇ ਹਿੱਤ 'ਚ ਕੋਈ ਗੱਲ ਜਾਂਦੀ ਤੇ ਉਹਨੂੰ ਇਹ ਰਿਪੀਟ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਬਾਦਲ ਦਾ ਹੁਕਮ ਨਹੀਂ ਹੁੰਦਾ। ਇਹ ਜਿਹੜਾ ਖਾਸ ਕਰਕੇ ਜਥੇਦਾਰ ਅਕਾਲ ਤਖ਼ਤ ਅਖਾਉਂਦਾ ਹੈ ਹਰਪ੍ਰੀਤ ਸਿੰਘ, ਇਹਨੇ ਤੇ ਸਾਰਿਆਂ ਦਾ ਬੇੜਾ ਗਰਕ ਕਰਤਾ, ਸਾਰਿਆਂ ਤੋਂ ਵੀ ਨੰਬਰ ਲੈ ਗਿਆ ਜ਼ਿਆਦਾ। ਤੁਸੀਂ ਇਸ ਬੰਦੇ ਨੂੰ ਇੱਕ ਪੀਟੀਸੀ ਜਿਹੜੀ ਆ ਉਹ ਗੁਰਬਾਣੀ ਰਿਲੇ ਕਰ ਰਹੀ ਹੈ, ਉਹ ਨਾਲ ਦਾਅਵਾ ਕਰ ਰਹੀ ਕਿ ਅਸੀਂ ਹੀ ਕਰ ਸਕਦੇ, ਕੋਈ ਹੋਰ ਨਹੀਂ ਕਰ ਸਕਦਾ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਾਣੀ ਦਿੱਤੀ ਦਰਗਾਹ ਦੀ, ਉਹਨਾਂ ਤੇ ਦਾਅਵਾ ਕੀਤਾ ਨਹੀਂ। ਉਹ ਤੇ ਆਪਣੇ ਉੱਤਰਾਧਿਕਾਰੀ ਨੂੰ ਕਹਿ ਰਹੇ ਨੇ ਕਿ ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵਈ ਖੱਟੀਏ। ਫਿਰ ਉਹਨਾਂ ਕੀ ਕੀਤਾ? ਖਰਚੇ ਦਿੱਤ ਖਸਮ ਦੇ, ਆਪ ਖੈਦੀ ਖੈਰ ਦਬਟੀਏ। ਖਸਮ ਦੇ ਦਿੱਤੀ ਹੋਈ ਦਾਤ ਨੂੰ ਆਪ ਵੀ ਖਰਚਿਆ, ਸੰਗਤਾਂ ਨੂੰ ਵਰਤਾਇਆ। ਇਹ ਲੰਗਰ ਸੀ ਸ਼ਬਦ ਦਾ। ਇਹ ਸ਼ਬਦ ਦੇ ਲੰਗਰ ਨੂੰ ਅੱਜ ਪੀਟੀਸੀ ਉਹਦੀ ਮਾਲਕ ਬਣ ਗਈ। ਤੇ ਪੀਟੀਸੀ ਦਾ ਮਾਲਕ ਕੌਣ ਹੈ? ਸੁਖਬੀਰ ਬਾਦਲ। ਪੀਟੀਸੀ ਨੇ ਦੂਸਰੇ ਦੇਸ਼ਾਂ ਦੇ ਟੈਲੀਵਿਜ਼ਨ ਨੂੰ ਨਾਲ ਅਟੈਚ ਕਰਕੇ ਆਪਣੀ ਪੀਟੀਸੀ ਨੂੰ, ਤੇ ਉਧਰੋਂ ਅਰਬਾਂ ਰੁਪਏ ਕਮਾਏ ਨੇ, ਡਾਲਰ, ਪਾਉਂਡ। ਇਹ ਜਿਹਨੇ ਚੈਨਲ ਲੈਣਾ ਉਹਨੂੰ ਦੇਣੇ ਪੈਂਦੇ ਸੀ। ਇਸ ਕਰਕੇ ਇਸ ਅਦਾਰੇ ਨੂੰ ਜਿਹੜਾ ਇਹਨਾਂ ਨੇ ਪੀਟੀਸੀ ਜਿਹੜੀ ਆ ਦਮ ਭਰਦੀ ਪਈ ਸੀ, ਸਿੱਖਾਂ ਦੀ ਸੇਵਾ ਕਰ ਰਹੇ, ਉਹ ਸਿੱਖਾਂ ਨੂੰ ਲੁੱਟ ਰਹੇ ਸੀ। ਨਹੀਂ ਤਾਂ ਲੱਗਦਾ ਕਿ ਹੁਣ ਕਹਿ ਰਹੇ ਨੇ ਕਿ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਸ਼ੁਰੂ ਕਰ ਲੇ। ਸੁਣੋ ਇਹੀ ਚੈਨਲ ਜਿਹੜਾ ਉਹ ਸ਼ਾਮਿਆਂ ਨਾਲ ਆ ਰਿਹਾ, ਵਾਟਰਪ੍ਰੂਫ, ਜਿਹਦਾ ਕੀਤਾ ਹੀ ਨਹੀਂ ਹੈ, ਜਿਹਦੇ ਏਜੰਡੇ 'ਚ ਇਹ ਗੱਲ ਹੀ ਨਹੀਂ ਆਉਂਦੀ। ਉਹ 12 ਕਰੋੜ ਦਾ ਬਿੱਲ ਲੈ ਰਿਹਾ, ਦੇਣ ਵਾਲਾ ਵੀ ਬਾਦਲ ਤੇ ਲੈਣ ਵਾਲਾ ਵੀ ਬਾਦਲ। ਉਸ ਤੋਂ ਬਾਅਦ 4 ਕਰੋੜ ਹੋਰ ਲੈ ਲਿਆ, ਕਿਉਂਕਿ ਪਾਣੀ ਸੀਗਾ ਉੱਥੇ, ਪਾਣੀ 'ਚ ਗਾਡਰ ਪਾ ਕੇ ਪਲਾਈਆਂ ਲਾਈਆਂ, ਉਹ 'ਚ ਪਲਾਈਆਂ ਤੇ ਗੱਦੇ ਰੱਖੇ, ਤੇ 4 ਕਰੋੜ ਬੀਬੀ ਹਰਸਿਮਰਤ ਨੇ ਗਲ 'ਚ ਗੂਠਾ ਦੇ ਕੇ ਹੋਰ ਲਿਆ। 16 ਕਰੋੜ ਰੁਪਈਆ ਪੀਟੀਸੀ ਨੂੰ ਗਿਆ, ਤੇ ਪੀਟੀਸੀ ਕਿਹਦੀ ਹੈ? ਬਾਦਲ ਦੀ। ਫਿਰ ਨੰਨੀ ਸ਼ਾਹ ਬੱਚੀਆਂ ਦੀ ਅਸੀਂ ਹੈਲਪ ਕਰਨੀ ਹੈ, ਇਹ ਕਰਨਾ, ਉਹ ਕਰਨਾ, ਡਰਾਮੇ ਕੀਤੇ, ਪੌਦੇ ਵੰਡੇ, ਤੇ ਪ੍ਰਬੰਧਕ ਕਮੇਟੀ ਦੇ ਪੈਸਿਆਂ ਨਾਲ ਵੰਡੇ। ਤੇ ਪ੍ਰਬੰਧਕ ਕਮੇਟੀ ਤੋਂ 25 ਏਕੜ ਜ਼ਮੀਨ ਆਪਣੀ ਸੁਸਾਇਟੀ 'ਚ ਲੈ ਲਈ ਲੀਜ਼ ਤੇ। ਇਹ ਜੀ ਨੰਨੀ ਸ਼ਾਹ ਨੂੰ ਚਾਹੀਦੀ ਹੈ। ਉਸ ਤੋਂ ਬਾਅਦ ਇੰਨੀ ਗਿਰਾਵਟ ਆ ਗਈ, ਅੱਜ ਇਹ ਪੀਟੀਸੀ ਦੇ ਵਪਾਰ ਤੇ ਉਤਰ ਆਈ। ਜਥੇਦਾਰ ਸਾਹਿਬ, ਜਦੋਂ ਉਹ ਕੇਸ ਚੱਲ ਰਿਹਾ ਹੈਗਾ, ਜਦੋਂ ਇਦਾਂ ਦੀਆਂ ਗੱਲਾਂ ਕਰਦੇ ਹੈਗੇ ਨਾ, ਸ਼੍ਰੋਮਣੀ ਅਕਾਲੀ ਦਲ ਕਹਿ ਰਹੇ ਕਿ ਨਹੀਂ, ਇਹ ਤੇ ਭੰਡਣ ਦਾ ਤਰੀਕਾ ਹੀ ਆ, ਭੰਡਦੇ ਹੀ ਆ। ਇੱਕ ਸੁਣੋ, ਇੱਕ ਹਾਈ ਕੋਰਟ ਦਾ ਵਾਰੰਟ ਅਫਸਰ ਜਾ ਕੇ ਬੱਚੀ ਨੂੰ ਬਰਾਮਦ ਕਰਦਾ, ਉਹ ਬੱਚੀ ਆਪਣੀਆਂ FIR ਲਿਖਾਉਂਦੀ ਹੈ। FIR ਦੇ ਮੁਤਾਬਕ ਨਾ ਤੁਹਾਡੇ ਸਾਹਮਣੇ ਨੇ, ਡਾਇਰੈਕਟਰ ਹੁਣ ਅੰਦਰ ਦਿੱਤਾ, ਤੇ ਇਹ 'ਚ ਝੂਠ ਕੀ ਆ ਤੇ ਇਹ 'ਚ ਗਲਤ ਕੀ? ਉਹ ਕਹਿੰਦੇ ਧੱਕਾ ਹੋ ਗਿਆ ਜੀ, ਸਰਕਾਰ ਧੱਕਾ ਕਰ ਗਈ, ਧੱਕਾ ਕਰ ਰਹੀ। ਜੇ ਸਰਕਾਰ ਬਾਦਲ ਦੀ ਹੁੰਦੀ ਜਾਂ ਕਾਂਗਰਸ ਦੀ ਹੁੰਦੀ ਤੇ FIR ਦਰਜ ਨਹੀਂ ਹੋਣੀ ਸੀ। ਹੋ ਸਕਦਾ ਹਾਈ ਕੋਰਟ ਤੋਂ ਵਾਰੰਟ ਅਫਸਰ ਵੀ ਨਾ ਆਉਂਦਾ, ਪਰ ਵਾਰੰਟ ਅਫਸਰ ਹਾਈ ਕੋਰਟ ਨੇ ਭੇਜਿਆ, ਅਸੀਂ ਨਹੀਂ ਭੇਜਿਆ। ਹਾਈ ਕੋਰਟ ਦੇ ਵਾਰੰਟ ਅਫਸਰ ਨੇ ਬੱਚੀ ਨੂੰ ਬਰਾਮਦ ਕੀਤਾ, ਤੇ ਉਹਨੇ ਆਪਣੀ ਜ਼ਬਾਨ ਖੋਲ੍ਹੀ ਆ, ਤੇ ਜੋ ਲਿਖਾਇਆ ਉਹ ਤੇ ਖੜੀ ਹੋ। ਅੱਛਾ ਜਥੇ ਸਾਹਿਬ,
ਜਦੋਂ ਬਾਦਲ ਸਾਹਿਬ ਹੁੰਦੇ ਨੇ, ਕਿਉਂਕਿ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੱਖਰੇ ਹੁੰਦੇ ਸੀ, ਅਕਾਲ ਤਖਤ ਸਾਹਿਬ ਦਾ ਜਥੇਦਾਰ ਸੈਪਰੇਟ ਹੁੰਦਾ ਸੀ, ਅਕਾਲੀ ਦਲ ਦੀ ਜੋ ਸਰਕਾਰ ਦੀ ਮੁੱਖ ਮੰਤਰੀ ਵੱਖਰਾ, 3 ਸ਼ਕਤੀ ਦੇ ਕੇਂਦਰ ਇਹ ਹੈਗੇ ਨੇ। ਪਰ ਜਿਹੜੇ ਵੀ ਉਸ ਤੋਂ ਬਾਅਦ ਤੁਹਾਡੇ ਤੋਂ ਬਾਅਦ ਜਿਹੜੇ ਵੀ ਜਥੇਦਾਰ ਬੋਲਦੇ ਰਹੇ ਉਹਨਾਂ ਨੂੰ ਤੇ ਬਾਹਰ ਕੱਢ ਦਿੱਤਾ ਰਿਹਾ। ਤੁਹਾਡੇ ਨਾਲ ਤੇ ਹੋਇਆ ਜਦੋਂ ਤੁਸੀਂ ਖਾਲਸਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਸੀ, ਬਾਦਲ ਔਰ ਟੌੜਾ ਲੜ ਪਏ, ਇਹੀ ਕਿਹਾ ਇਕੱਠੇ ਰਹੋ, ਸ਼ਕਤੀ ਪ੍ਰਦਰਸ਼ਨ ਕੀਤਾ ਤੁਸੀਂ ਬਣ 14 ਅਪ੍ਰੈਲ ਤੱਕ ਮੈਂ ਕਿਹਾ ਸੀ ਇਕੱਠੇ ਰਹੋ। ਅਸੀਂ 5 ਸਿੱਖਾਂ ਦੇ ਸਾਈਨ ਨਾਲ ਗੁਰਮਤਾ ਹੋਇਆ ਕਿ ਕੋਈ ਵੀ ਨੁਕਸਾਨ ਨਾ ਕਰੋ। SGPC ਆਪਣੀ ਥਾਂ, ਸਰਕਾਰ ਆਪਣੀ ਥਾਂ, ਅਕਾਲੀ ਦਲ ਆਪਣੀ ਥਾਂ, ਕੌਮ ਦੀ ਸੇਵਾ ਕਰੋ। ਇਹ ਸਾਲ ਬਾਅਦ ਸ਼ਤਾਬਦੀ ਆਉਂਦੀ ਆ, 100 ਸਾਲ ਬਾਅਦ, ਤੇ ਦੁਬਾਰਾ ਸਾਡੇ ਲਈ ਤੇ ਆਉਣੀ ਨਹੀਂ, ਤੇ ਇਹਨੂੰ ਚੰਗੇ ਢੰਗ ਨਾਲ ਬਣਾ ਲਓ। ਉਹਦੇ ਬਾਅਦ ਤੁਸੀਂ 14 ਅਪ੍ਰੈਲ ਤੋਂ ਬਾਅਦ ਅਸੀਂ ਰਿਟਨ 'ਚ ਲਿਖਿਆ ਉਸ ਗੁਰਮਤੇ 'ਚ ਕਿ 14 ਅਪ੍ਰੈਲ ਤੋਂ ਬਾਅਦ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਨਿਪਟ ਲਿਓ। ਇਹ ਬਾਅਦ ਤੇ ਸਭ ਤੋਂ ਪਹਿਲਾਂ ਇਹਨੇ ਮੈਨੂੰ ਕੱਢਿਆ। ਜੀ ਤੇ ਮਜ਼ੇ ਦੀ ਗੱਲ ਦੇਖੋ ਕਿ 300 ਸਾਲਾ ਜਿਹੜਾ ਅਸੀਂ ਮਨਾ ਰਹੇ ਹਾਂ, ਕਾਹਦਾ ਸੀ ਉਹ, ਕੀ ਸੀ ਉਦਣ ਹੋਇਆ? ਉਦਣ ਹੋਇਆ ਸੀ ਦਸਮ ਪਾਤਸ਼ਾਹ ਨੇ 5 ਪਿਆਰੇ ਸਾਜੇ, ਵਾਹਿਗੁਰੂ ਇੱਕ ਸੁਖਣ ਸੁਣਾਇਆ, ਗੁਰੂ ਖਾਲਸਾ ਨਾਮ ਤਰਾਇਆ। ਜੀ ਜੀ। ਤੁਮ ਮੇਰੇ ਮੈਂ ਤੁਮਰਾ ਹੁਆ, ਤੁਮਰਾ ਹਮਰਾ ਗੁਰੂ ਨਾ ਦੂਆ। ਗੁਰੂ ਸਾਹਿਬ ਨੇ 5 ਪਿਆਰੇ ਸਾਜ ਕੇ ਆਪ ਵੀ ਉਹਨਾਂ ਤੋਂ ਪੌਲ ਲਈ। ਜੇ ਬਿਦ ਪੌਲ ਗੁਰਦਈ ਤੇ ਬਿਦ 300 ਲੀਨ, ਆਪ ਤਿਨਕਾ ਚੇਲਾ ਭਇਆ ਇਉਂ ਸਤਿਗੁਰੂ ਕੀਨ। ਗੁਰੂ ਸਾਹਿਬ ਨੇ ਇੱਕ ਬੜੀ ਵੱਡੀ ਤਾਕਤ ਬਣਾ ਕੇ 5 ਸਿੰਘ ਤਪ ਤੇਜ ਵਾਲੇ, ਤੇਜ ਲਲਾਟ ਨਿਹਾਰ ਸਿੰਘਨ ਕੇ ਸਿੱਖ ਦੁਚਿੱਤੇ ਅਤ ਖੁਣ ਸਾਹਿਬ। ਜਦੋਂ ਉਹ ਬਾਹਰ ਆਏ ਸਟੇਜ ਤੇ ਜਿਹੜੇ ਖੁਣ ਸਿਖਾਉਂਦੇ ਸੀ, ਜਿਹੜੇ ਭੱਜਦੇ ਸੀ, ਉਹ ਕਹਿਣ ਲੱਗੇ ਵੀ ਸਾਨੂੰ ਪਤਾ ਹੁੰਦਾ ਸੀ ਚਲੇ ਜਾਂਦੇ। ਤੋ ਉਹ ਸੰਸਥਾ ਖਤਮ ਕਰਤੀ ਇਸ ਬਾਦਲ ਨੇ 99 'ਚ। ਉਹ ਸੰਸਥਾ ਦਸਮ ਪਾਤਸ਼ਾਹ ਨੇ ਬਣਾਈ, ਉਹ ਸਾਡਾ ਸਿਧਾਂਤ ਸੀ, ਅੱਜ ਵੀ ਸਿਧਾਂਤ ਹੈ ਉਹ। ਅੱਜ ਵੀ 5 ਪਿਆਰੇ ਹੀ ਗੁਰੂ ਸਾਹਿਬ ਦੇ ਸਰੀਰ ਦੀ ਅਗਵਾਈ ਸਾਨੂੰ ਦਿੰਦੇ। ਜਥੇ ਸਾਹਿਬ, ਤੁਹਾਨੂੰ ਲੱਗਦਾ ਕਿ ਵੇਲਾ ਆ ਗਿਆ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਜਾਏ, ਜਿਸ ਤਰ੍ਹਾਂ ਪਹਿਲਾਂ ਸਦੀਆਂ ਤੋਂ ਚੱਲਦਾ ਰਿਹਾ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਬੱਤ ਖਾਲਸੇ ਰਾਹੀਂ ਚੁਣੇ ਜਾਣ? ਸੁਣੋ, ਇਹ ਜਿਹੜਾ ਜਥੇਦਾਰ ਹੈ ਇਹਦੀ ਇਕੱਲੇ ਦੀ ਕੋਈ ਉਹ ਹੋਂਦ ਨਹੀਂ ਹੈਗੀ, ਜਾਂ ਕੋਈ ਉਹ ਨਹੀਂ ਪਦਵੀ ਨਹੀਂ ਹੈਗੀ। ਇਹ ਹੈਗਾ 5 ਪਿਆਰਿਆਂ ਦਾ ਇੱਕ ਸਪੋਕਸਮੈਨ ਜਾਂ ਜਥੇਦਾਰ, ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਣ ਕਰਕੇ ਜਥੇਦਾਰ ਅਕਾਲ ਤਖਤ ਹੋਣਾ। ਇਹ 5 ਪਿਆਰਿਆਂ ਦੀ ਇੱਕ ਪੰਚਾਇਤ ਆ। ਉਹ 5 ਪਿਆਰਿਆਂ ਦੀ ਪੰਚਾਇਤ ਨੂੰ ਤਹਿਸ਼ ਨਹਿਸ਼ ਕੀਤਾ ਤੇ ਬਾਦਲ ਨੇ ਕੀਤਾ, ਤੇ 99 'ਚ ਕੀਤਾ ਤੇ ਕਰਵਾਇਆ ਐਕਟ ਅਨੁਸਾਰ ਬਣੀ ਹੋਈ ਸੰਸਥਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਤੋਂ। ਇਹ ਸਾਡਾ ਦੁਖਾਂਤ ਹੈ। ਚਲੋ ਸੋਧ ਕਰਨ ਦੀ ਜ਼ਰੂਰਤ ਹੈ ਜੀ। ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਬਣਾ ਰਹੀ ਹੈ ਸੈਂਟਰ ਸਰਕਾਰ, ਸਿਧਾਂਤ ਬਣਾ ਰਹੇ ਨੇ ਦਸਮ ਪਾਤਸ਼ਾਹ, ਤੇ ਇਸ ਭੱਦਰ ਪੁਰਸ਼ ਨੇ ਸਤਿਆਨਾਸ਼ ਮਾਰਿਆ ਸਿਧਾਂਤ ਦਾ ਉਸ ਟਾਈਮ ਤੇ, ਜਦੋਂ 100 ਸਾਲਾ ਵਿਸਾਖੀ ਦਾ ਦਿਨ ਆਇਆ ਸਾਡੇ ਤੇ, ਜਦੋਂ ਅਸੀਂ ਪ੍ਰਚਾਰ ਕਰਨਾ ਸੀ ਵੀ ਇਹ ਸੰਸਥਾ ਕੀ ਹੈ, ਜਦੋਂ ਅਸੀਂ ਪ੍ਰਚਾਰ ਕਰਕੇ ਦੱਸਣਾ ਸੀ ਕਿ ਗੁਰੂ ਦੀ ਆਤਮਾ ਗ੍ਰੰਥ ਵਿੱਚ, ਪ੍ਰਾਣ ਪੰਥ ਵਿੱਚ ਇਹ 5 ਪਿਆਰੇ ਗੁਰੂ ਦਾ ਸਰੀਰ ਨੇ, ਇਹਨਾਂ ਤੋਂ ਅੰਮ੍ਰਿਤ ਦੀ ਦਾਤ ਲਓ, ਇਹਨਾਂ ਤੋਂ ਖੰਡੇ ਦੀ ਪੌਲ। ਉਦੋਂ ਇਹਨੇ ਰਣਜੀਤ ਸਿੰਘ ਨੂੰ ਕਢਵਾਇਆ ਅਕਾਲ ਤਖਤ ਤੋਂ, ਤੇ ਸਹਾਰਾ ਕਿਹਦਾ ਲਿਆ? ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ। ਪਹਿਲਾਂ ਜੁਡੀਸ਼ੀਅਲ ਕਮਿਸ਼ਨ ਬਦਲਿਆ ਕਿਉਂਕਿ ਉਹ ਮੰਨਿਆ ਨਹੀਂ, ਉਹਨੂੰ ਪਾਸੇ ਹਟਾ ਕੇ ਨਵੇਂ ਲਾਏ ਆਪਣੇ, ਤੇ ਫਿਰ ਉਹ ਨਵਿਆਂ ਨੇ ਕਿਹਾ ਜੀ ਰਣਜੀਤ ਸਿੰਘ ਨੂੰ ਦੇਖਿਆ ਜਾਵੇ। ਕੀ ਦੇਖੋਗੇ ਰਣਜੀਤ ਸਿੰਘ ਦਾ ਤੁਸੀਂ? ਰਣਜੀਤ ਸਿੰਘ ਨੇ ਤੁਹਾਡੀ ਮੱਝ ਖੋਲ੍ਹੀ ਹੈ, ਕਰਪਸ਼ਨ ਕੀਤੀ। ਕਰਪਸ਼ਨ, ਮੈਂ ਇੱਕ ਨਿੱਕਾ ਪੈਸਾ ਉਹਦੇ ਤਨਖਾਹ ਨਹੀਂ ਲਈ। ਤੁਸੀਂ 25 ਸਾਲ ਹੋ ਗਿਆ ਅੱਜ ਕੱਢ ਨਹੀਂ ਪਾਏ ਕਿ ਰਣਜੀਤ ਸਿੰਘ ਨੇ ਕੋਈ 10 ਪੈਸੇ ਵੀ ਲਏ ਹੋਣ। ਕਾਰਾਂ ਤੁਹਾਡੀਆਂ ਮੈਂ ਛੱਡ ਦਿੱਤੀਆਂ। ਮੈਂ ਤੇ ਸੰਗਤ ਦੇ ਆਸਰੇ ਨਿਹੰਗ ਦੀ ਤਰ੍ਹਾਂ ਉੱਥੇ ਡਟ ਕੇ ਬੈਠਾ ਸੀ, ਕਿਉਂਕਿ ਮੈਨੂੰ ਪਤਾ ਸੀ ਜਥੇਦਾਰੀ ਸਿਰ ਲਵਾ ਕੇ ਹੁੰਦੀ ਹੈ, ਉਸ ਤਰ੍ਹਾਂ ਹੁੰਦੀ ਨਹੀਂ। ਪਰ ਤੁਸੀਂ ਧੱਕੇ ਨਾਲ ਇੱਕ ਸਰਕਾਰ ਹੋਣ ਕਰਕੇ ਜੁਡੀਸ਼ੀਅਲ ਕਮਿਸ਼ਨ ਨੇ ਐਂ ਕਿਹਾ ਜੀ। ਜੁਡੀਸ਼ੀਅਲ ਕਮਿਸ਼ਨ ਕੌਣ ਹੁੰਦਾ? ਸਾਡੇ ਸਿਧਾਂਤ ਦੇ ਵੀ ਦਖਲਅੰਦਾਜ਼ੀ ਦੇਣ ਵਾਲਾ। ਮਤਲਬ ਗੁਰੂ ਸਾਹਿਬ ਤੋਂ ਲੋਕ ਵੱਡੇ ਹੋ ਗਏ ਜੀ। ਇਹ ਆਪਣੇ ਆਪ ਨੂੰ ਵੱਡਾ ਸਮਝਦਾ। ਇਹ ਜਦੋਂ ਇਹਨੇ ਸੁਖਬੀਰ ਨੇ ਸਹੁੰ ਖਾਧੀ ਆ ਹਰਿਮੰਦਰ ਸਾਹਿਬ ਜਾ ਕੇ, ਇਹਦੀ ਬੀਬਾ ਨੇ ਹਰਿਮੰਦਰ ਸਾਹਿਬ ਜਾ ਕੇ ਹਰਸਿਮਰਤ ਨੇ, ਤੇ ਉਹ ਕਹਿੰਦੇ ਉਹਦਾ ਕੱਖ ਨਾ ਰਹੇ ਤੇ ਕੱਖ ਨਾ ਰਹੇ, ਤੇ ਇਹਨਾਂ ਦੀ ਨਿਗਾਹ ਸੀ ਵੀ ਇੱਥੇ ਤਾਂ ਹੈ ਕੁਛ ਨਹੀਂ, ਇੱਥੇ ਤਾਂ ਅਸੀਂ ਗੁਰੂ ਤਾਂ ਹੈ ਹੀ ਨਹੀਂ। ਤੇ ਮੈਂ ਇਹਨੂੰ ਕਿਹਾ ਸੀ ਵੀ ਤੂੰ ਜਿਹੜੀ ਥਾਂ ਤੇ ਸੁੱਖਣਾ ਸੁੱਖਾ ਆ, ਇਹ ਪ੍ਰਮਾਤਮਾ ਬੜਾ ਬੇਅੰਤਿਆ, ਉਹ ਇਸ ਪਾਤਸ਼ਾਹ ਦੀ ਗੱਲ ਨਹੀਂ ਮੋੜਦਾ, ਇਹਦੇ ਪਾਤਸ਼ਾਹ ਦੇ ਥਰੂ ਜਿਹੜੀ ਗੱਲ ਗਈ ਉਹ ਤੇਰੇ, ਤੂੰ ਹੁਣ ਇਹ ਦੱਸ ਵੀ ਇਸ ਕੰਗਾਲਤਾ ਤੋਂ ਬਾਅਦ ਤੇਰਾ ਬਿਆਨ ਕੀ ਹੋਊਗਾ? ਜਦੋਂ ਤੇਰਾ ਰਣ ਦੇ ਵਿੱਚ ਕੱਖ ਨਹੀਂ ਰਹੂਗਾ, ਉਦੋਂ ਬਾਅਦ ਤੇਰਾ ਕੀ ਬਿਆਨ ਹੋਊਗਾ?
तेरी सौं की होगी, की सौं खाएगा। तो मैं ਮਹਿਸੂਸ ਕਰਦਾ ਕਿ ਲੋਕਾਂ ਨੂੰ ਪੈਸੇ ਨੇ, ਗੁਰੂ ਦੇ ਪੈਸੇ ਨੇ ਇਹਨਾਂ ਦੀ ਮੱਤ ਮਾਰ ਦਿੱਤੀ, ਗੋਲਕ ਦੇ ਪੈਸੇ ਨੇ। ਇਹ ਮਹਿਸੂਸ ਕਰਦੇ ਨੇ ਕਿ ਗੁਰੂ ਤੇ ਹੈ ਹੀ ਨਹੀਂ ਕਿਤੇ। ਜੀ ਭਾਈ ਸਾਹਿਬ, ਕੀ ਹੱਲ ਕੀ ਹੈਗਾ? ਹਾਲੇ ਤਾਂ ਪੰਥ 'ਚ ਵੀ ਨਿਗਾਰ ਬਹੁਤ ਜ਼ਿਆਦਾ। ਹਾਂ, ਪੰਜਾਬ ਹੁਣ ਡੁੱਬ ਚੁੱਕਾ ਜੀ ਕਰਜ਼ੇ ਦੇ ਵਿੱਚ, ਕੋਈ ਲੋਕਾਂ ਨੂੰ ਫਿਊਚਰ ਭਵਿੱਖ ਨਹੀਂ ਦਿਖ ਰਿਹਾ ਆਪਣਾ ਜੀ। ਦਿਖਦਾ ਪਿਆ ਭਵਿੱਖ, ਲੇਕਿਨ ਜਿਹੜੇ ਸਿਸਟਮ ਚਲਾਏ ਨੇ, ਦੇਖੋ 12 ਸਾਲ ਤੋਂ ਇਲੈਕਸ਼ਨ ਹੀ ਨਾ ਹੋਣ ਪ੍ਰਬੰਧਕ ਕਮੇਟੀ ਦੇ, ਸਿਸਟਮ ਕਿੱਥੋਂ ਆਊਗਾ? ਲੋਕ ਕੀ ਕਰਨਗੇ? ਸਿਰ ਫਾੜਨ ਇੱਕ ਦੂਸਰੇ ਦਾ। 12 ਸਾਲ ਹੋ ਗਏ ਨੇ, ਇਲੈਕਸ਼ਨ ਹੋ ਨਹੀਂ ਰਿਹਾ, ਤੇ ਜਿਹੜੀ ਇਹ ਕਮੇਟੀ ਚਲਾਉਣ ਡਿਆ ਇਹ ਅਨਅਥਰਾਈਜ਼ ਹੈ, ਇਹ ਗੁੰਡਾਗਰਦੀ ਆ। ਇਹ ਜਿਹੜਾ ਹਾਊਸ ਆ, ਇਹ ਹਾਈ ਕੋਰਟ ਰੱਦ ਕਰ ਚੁੱਕਾ, ਤੁਹਾਨੂੰ ਚੰਗੀ ਤਰ੍ਹਾਂ ਪਤਾ। ਇਹ ਜਿਹੜਾ ਸਹਿਜਧਾਰੀ ਮਸਲੇ 'ਚ ਜੀ, ਇਹ ਹਾਊਸ ਰੱਦ ਆ, ਤੇ ਰੱਦ ਹਾਊਸ ਨੂੰ ਸੁਪਰੀਮ ਕੋਰਟ ਸਟੇ ਨਹੀਂ ਦੇ ਰਿਹਾ, ਤੇ ਉਹੋ ਹੀ ਹਾਊਸ ਫੇਰ ਇਹ ਕੰਮ ਕਰ ਰਿਹਾ। ਤਾਂ ਲੱਗਦਾ ਇਹ ਜਿਹੜੀ ਨਵੀਂ ਸਰਕਾਰ ਭਗਵੰਤ ਮਾਨ ਦੀ, ਇਹਨੂੰ ਸਟੈਪ ਚੁੱਕਣੇ ਚਾਹੀਦੇ ਜੀ। ਦੇਖੋ ਸਟੈਪ ਤੇ ਇਹੀ ਨੇ ਕਿ ਇਲੈਕਸ਼ਨ ਕਰਾਉਣ, ਫਿਰ ਇਲੈਕਸ਼ਨ ਕਰਾਉਣ, ਸਿੱਖ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇ, ਤੇ ਉਦੋਂ ਲੋਕ ਜਿਹਨੂੰ ਚੁਣ ਦਿਓ, ਨਵੀਂ ਚੇਂਜ ਆਵੇ ਕੋਈ। तो ਅਸੀਂ ਇਹ ਸਰਕਾਰ ਨੂੰ, ਸੈਂਟਰ ਸਰਕਾਰ ਨੂੰ ਦੁਹਾਈ ਦੇ ਕੇ ਕਹਿ ਰਹੇ ਹਾਂ ਕਿ ਰੱਬ ਦਾ ਵਾਸਤਾ, ਜਿਸ ਤਰ੍ਹਾਂ ਵਿਧਾਨ ਸਭਾ, ਜਿਸ ਤਰ੍ਹਾਂ ਲੋਕ ਸਭਾ, ਜਿਸ ਤਰ੍ਹਾਂ ਰਾਜ ਸਭਾ ਟਾਈਮ ਤੇ ਹੁੰਦੀਆਂ ਨੇ, ਇਹ ਕਮੇਟੀ ਦੇ ਇਲੈਕਸ਼ਨ ਵੀ ਇਦਾਂ ਹੋਣੇ ਚਾਹੀਦੇ। ਇਹ ਲਵਾਰਸਨਾ ਇਹਨੂੰ ਸਿੱਖਾਂ ਨੂੰ ਸਮਝਿਆ ਜਾਵੇ। ਸਾਨੂੰ ਤੁਸੀਂ ਆਪਸ ਵਿੱਚ ਦੀ ਮਰਵਾਉਣ ਲਈ ਇੱਕ ਰਾਹ ਲੱਭਾ ਹੈ, ਇਹ ਕਮੇਟੀ ਨੂੰ ਸਾਡੇ ਦਰਮਿਆਨ ਤੁਸੀਂ ਖੜਾ ਕਰ ਦਿੱਤਾ ਹੈ, ਤੇ ਜੇ ਤੁਸੀਂ ਖੜਾ ਕੀਤਾ ਤੇ ਇਲੈਕਸ਼ਨ ਕਰਾਓ ਇਮਾਨਦਾਰੀ ਨਾਲ। ਅਸੀਂ ਜਿਹਨੂੰ ਸਿੱਖ ਚਾਹਣਗੇ ਅੱਗੇ ਆਊਗਾ। ਲੱਗਦਾ ਸਿੱਖ ਧਰਮ ਪਹਿਲੇ ਨਾਲੋਂ ਵਧਿਆ ਫੁੱਲਿਆ ਕਿ ਜਾਂ ਸੁੰਗੜਿਆ ਜੀ? ਸਿੱਖ ਤੇ ਹੁਣ ਮੈਨੂੰ ਲੱਗਦਾ ਜਾਗਿਆ। ਹੁਣ ਮੈਨੂੰ ਲੱਗਦਾ ਕਿ ਉਹਨਾਂ ਨੂੰ ਪਤਾ ਲੱਗਾ ਹੈ ਵੀ ਸਾਡੇ ਅਧਿਕਾਰ ਖੇਤਰ ਕੀ ਸੀ, ਸਾਡਾ ਸਰਮਾਇਆ ਕੀ ਸੀ, ਅਸੀਂ ਵਾਰਸ ਕਿੱਡੀ ਵੱਡੀ ਵਿਰਾਸਤ ਦੇ ਸੀ, ਤੇ ਅੱਜ ਹੀ ਅਸੀਂ ਸਾਰਾ ਕੁਝ ਗਵਾਈ ਬੈਠੇ। ਇੱਥੇ ਸਿੱਖੀ ਘੱਟ ਦਿਖਾਈ ਦੇ ਰਹੀ, ਬਾਹਰਲੇ ਮੁਲਕਾਂ 'ਚ ਜ਼ਿਆਦਾ ਸਿੱਖੀ ਦਿਖਾਈ ਦੇ ਰਹੀ। ਦੇਖੋ ਸਿੱਖੀ ਜਿਹੜੀ ਆ ਨਾ ਜੀ, ਸਿਦਕ ਦੀ ਆ। ਸਿੱਖੀ ਸਵਾਸਾਂ ਦੇ ਨਾਲ ਨਿਭਦੀ ਆ। ਜਿਹੜੇ ਸਿੱਖਾਂ ਘਰ ਜੰਮ ਪੈਂਦੇ ਨੇ, ਕੋਈ ਲੇਟ ਹੁੰਦੇ ਨੇ, ਕੋਈ ਐਡਵਾਂਸ ਹੁੰਦੇ ਨੇ। ਜਿਹੜੇ 84 ਦੇ ਵਿੱਚ ਜਿਹੜਾ ਘਟਨਾਵਾਂ ਵਾਪਰੀਆਂ, ਉਹਨਾਂ ਤੋਂ ਸਿੱਖਾਂ ਨੂੰ ਜਿਹੜਾ ਸਬਕ ਆਇਆ, ਉਹ ਬਾਹਰ ਵਿਦੇਸ਼ਾਂ 'ਚ ਬਹੁਤ ਵੱਡਾ ਚੇਂਜ ਆਇਆ। ਬਾਹਰ ਵਿਦੇਸ਼ਾਂ 'ਚ ਉਹ ਨਿਰੋਲ ਸਿੱਖ ਬਣੇ ਨੇ, ਤੇ ਉੱਥੇ ਜਿਹੜਾ ਸਿੱਖ ਆ ਉਹ ਪੂਰਨ ਸਿੱਖ ਆ, ਤੇ ਜਿਹਨੇ ਪਤਤ ਆ ਉਹਨੇ ਬਿਲਕੁਲ ਰੋਂਡ ਘੋਂਡ ਬਣਾਇਆ। ਇਸੇ ਤੇ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ, ਉਹਨਾਂ ਦੇ ਧੀਆਂ ਪੁੱਤਾਂ ਵੀ ਪੂਰਨ ਰੂਪ ਸਿੱਖ ਨਹੀਂ ਹੈਗੇ। ਤਾਂ ਲੱਗਦਾ ਨਹੀਂ ਕਿ ਉੱਥੇ ਪੂਰਨ ਰੂਪ 'ਚ ਸਿੱਖ ਹੋਣੇ ਚਾਹੀਦਾ ਪਰਿਵਾਰ, ਤਾਂ ਹੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜ ਸਕਦੇ? ਨਹੀਂ, ਇਹ ਨਹੀਂ ਗੱਲ। ਇਹ ਦੇਖੋ, ਇਹ ਤੇ ਜ਼ਰੂਰੀ ਨਹੀਂ, ਮੈਂ ਇਸ ਨਾਲ ਸਹਿਮਤ ਨਹੀਂਗਾ ਕਿ ਜਦੋਂ ਕੋਈ ਲੀਡਰ ਚੰਗਾ ਹੋਵੇ ਤੇ ਉਹਦਾ ਪੁੱਤ ਕੋਈ ਵਾਲ ਬਣਾ ਲੇ, ਤੇ ਇਹ ਮੈਂ ਨਹੀਂ ਸਮਝਦਾ ਉਹਦਾ ਦੋਸ਼ ਹੋਊਗਾ ਕੋਈ ਜੀ। ਪਰ ਲੀਡਰ ਆਪ ਚੰਗਾ ਹੋਵੇ। ਇੱਥੇ ਤੇ ਮੈਨੂੰ ਲੱਗਦਾ ਸ਼ਾਇਦ ਇਹਨਾਂ ਦੇ ਮੁੰਡੇ ਕਿਤੇ ਚੰਗੇ ਨਿਕਲਣ, ਭਾਵੇਂ ਇਹ ਤੇ ਨਲਾਇਕ ਨੇ, ਤੇ ਨਰੈਣੂ ਮੱਤ ਤੋਂ ਵੀ ਗਏ ਗੁਜ਼ਰੇ ਨੇ। ਉਹ ਤੁਸੀਂ ਦੱਸੋ, ਸੁੱਚਾ ਲੰਗਾ ਤੁਸੀਂ ਦੇਖ ਰਿਹਾ, ਸੁੱਚਾ ਲੰਗਾ ਸਾਡੀ ਪ੍ਰਬੰਧਕ ਕਮੇਟੀ ਦਾ ਉਮੀਦਵਾਰ ਸੀ ਪ੍ਰਧਾਨਗੀ ਦਾ। ਹਾਂਜੀ, ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਜਿਹੜੀ ਗੜੀ ਦੇ ਵਿੱਚ 8 ਮਹੀਨੇ ਲੜਿਆ ਜੀ, ਉਹ ਲੜਿਆ, ਤੇ ਭੁੱਖੇ ਭਾਣੇ ਲੜੇ। ਉਹ ਸ਼ਹਾਦਤ ਗਾਹ ਨੂੰ ਸੁੱਚੇ ਲੰਗਾ ਨੇ ਇੱਕ ਅਯਾਸ਼ੀ ਦਾ ਅੱਡਾ ਬਣਾ ਛੱਡਿਆ। ਹਾਲੇ ਤੱਕ ਵੀ ਉਸੇ ਤਰ੍ਹਾਂ ਉਹਦੇ ਕਬਜ਼ੇ 'ਚ ਹੀ ਹੈ ਸਾਰਾ ਕੁਝ। ਕਿੱਥੇ ਉਹਨੂੰ 500 ਛੇਕਿਆ? ਭੁੱਲਾਂ ਬਖਸ਼ਾ ਰਹੇ ਨੇ ਉਹਨਾਂ ਨੇ। ਉਹ ਭੁੱਲਾ ਉਹ ਆਪੇ ਬਖਸ਼ਾਈ ਜਾਂਦਾ, ਤੇ ਛਿੱਤਰਾਂ ਤੋਂ ਡਰਦੇ ਜਰਾ ਉਹਨੂੰ ਥੋੜਾ ਪਾਸੇ ਰੱਖਣ ਡਏ ਨੇ, ਜਾਂ ਵੋਟਾਂ ਘਟਣ ਦੀ ਨਜ਼ਰੀਏ ਨਾਲ। ਉਹਦਾ ਕਬਜ਼ਾ ਉਸੇ ਤਰ੍ਹਾਂ ਹੀ ਆ ਉੱਥੇ। ਉਹ ਏਸੀ ਲੱਗੇ ਨੇ, ਉਹਦੀਆਂ ਬੈੱਡ ਲੱਗੇ ਨੇ, ਉਹ ਉੱਥੇ ਮਜ਼ਾ ਕਰਦਾ। ਇਹ ਤੁਹਾਨੂੰ ਲੱਗਦਾ ਨਹੀਂ ਕਿ ਇਹ ਸਭ ਤੋਂ ਵੱਡੀ ਗਿਰਾਵਟ ਫਿਰ ਕੌਣ ਕਰੂਗਾ ਜੀ? ਇਹ ਸੰਗਤ ਕਰੂਗੀ। ਸੰਗਤ ਨੂੰ ਜਿੱਦਣ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ 'ਚ, ਉਦੋਂ ਸਾਡਾ ਮਸਲਾ ਹੱਲ ਹੋ ਜਾਊਗਾ। ਇਹ ਧੱਕਾ ਆ ਸੈਂਟਰ ਸਰਕਾਰ ਨੇ ਜਿਹੜਾ ਇਹਨੂੰ ਇਹ 12 ਸਾਲ ਤੋਂ ਇਹਨੂੰ ਮੌਜਾਂ ਲੈਣ ਲਈ ਕਮੇਟੀ ਛੱਡੀ ਹੈ। ਇਹ ਸੈਂਟਰ ਸਰਕਾਰ ਦਾ ਕਸੂਰ ਆ। ਇੱਕ ਇਹ ਬਾਦਲ ਦਾ ਕਸੂਰ ਹੈ ਕਿ ਇਹ ਸਮਝਦਾ ਵੀ ਜਮਾਂਦਰੂ ਹੀ ਇਹਦੇ ਖਾਨਦਾਨ ਨੂੰ ਇਹ ਬਖਸ਼ਿਸ਼ ਹੋਈ ਹੈ ਕਿ ਕਮੇਟੀ। ਸ਼੍ਰੋਮਣੀ ਅਕਾਲੀ ਦਲ ਨੂੰ 22 ਦੀਆਂ ਚੋਣਾਂ 'ਚ 3 ਸੀਟਾਂ ਮਿਲਦੀਆਂ, ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਹੈਗੇ ਨੇ ਕਿ ਪੰਥ ਖਤਰੇ 'ਚ ਆ ਗਿਆ। ਪੰਥ ਖਤਰੇ 'ਚ ਆ ਗਿਆ। ਖਤਰੇ 'ਚ ਬਾਦਲ ਆਇਆ, ਤੇ ਇਹ ਆਪ ਆਇਆ ਜਿਹੜਾ ਕਹਿਣ ਡਿਆ। ਦੇਖੋ ਕਿੱਡਾ ਨਲਾਇਕ ਬੰਦਾ ਕਹਿ ਰਿਹਾ ਜੀ, ਅਕਾਲੀ ਦਲ ਨੇਸ ਤੋਂ ਨਬੂਦ ਹੋ ਗਿਆ, ਤੇ ਸਿੱਖ ਜਿਹੜੇ ਬਦਤਮੀਜ਼ ਹੋ ਗਏ ਨੇ। ਵੀ ਤੂੰ ਜਿਹੜੀ
ਜਿਹੜੇ ਤੂੰ ਗਿਆਨੀ ਬਣਿਆ, ਤੂੰ ਬਾਬਾ ਬੁੱਢਾ ਜੀ ਦੀ ਪਦਵੀ ਨੂੰ ਕਲੰਕਿਤ ਕਰ ਰਿਹਾ। ਜਿਹੜੀ ਗੋਲਕ ਚੋਂ ਤੈਨੂੰ ਤਨਖਾਹ ਮਿਲਦੀ ਆ, ਉਹ ਗੋਲਕ ਸਿੱਖ ਭਰਦੇ ਨੇ। ਸਿੱਖ ਬਦਤਮੀਜ਼ ਕਿਵੇਂ ਹੋ ਗਏ? ਤੇ ਜੇ ਸਿੱਖ ਬਦਤਮੀਜ਼ ਨੇ ਤੇ ਅਕਲ ਵਾਲਾ ਤੂੰ ਹੀ ਆ, ਤਮੀਜ਼ ਵਾਲਾ ਤੂੰ ਹੀ ਆ, ਜਾਂ ਤੇਰਾ ਆਕਾ ਹੀ ਆ। ਤੇ ਜੇ ਦੋਵੇਂ ਜਿਹੜੇ ਤਮੀਜ਼ ਵਾਲੇ ਦੇ, ਤੇ ਫਿਰ ਜਾਓ ਜੋ ਤੁਹਾਡੇ ਭਾਂਡਿਆਂ 'ਚ ਪੈ ਗਿਆ ਉਹਨਾਂ 'ਚੋਂ ਖਾ ਲਓ ਜੋ ਮਿਲਦਾ, ਬਾਕੀ ਛੱਡੋ, ਗੁਰੂ ਘਰ ਦਾ ਖਹਿੜਾ ਛੱਡੋ। ਤਾਂ ਲੱਗਦਾ ਕਿ ਉੱਥੇ ਵੀ ਨਿਰਸਵਾਰਥ ਸੇਵਾ ਕਰਨ ਵਾਲਾ ਹੀ ਜਥੇਦਾਰ ਚਾਹੀਦਾ ਹੈਗਾ ਜੀ। ਭਾਈ ਸਾਹਿਬ ਮੈਂ ਹੈਰਾਨ ਆ। ਵੇਰਕਾ ਡੇਅਰੀ ਜਿਹੜੀ ਗੌਰਮੈਂਟ ਦੀ ਡੇਅਰੀ ਆ, ਦੁੱਧ ਦੀ ਡੇਅਰੀ ਆ ਜੀ ਜੀ, ਸਾਡੇ ਛੋਟੇ ਵੱਡੇ ਜ਼ਿਮੀਂਦਾਰ ਸਾਰੇ ਜਿਹੜੇ ਮੱਝਾਂ ਪਾਲਦੇ ਆ ਜਾਂ ਉਹ ਗਾਵਾਂ ਰੱਖੀਆਂ ਜਾਂ ਮੱਝਾਂ ਰੱਖੀਆਂ, ਉਹਦਾ ਦੁੱਧ ਉੱਥੇ ਪਾਉਂਦੇ ਜੀ। ਬਿਲਕੁਲ ਜੀ। ਆਪਣਾ ਮੱਸਿਆ ਵਾਲੇ ਦਿਨ ਜਾਂ ਅੱਗੋਂ ਪਿੱਛੋਂ ਜਾ ਕੇ ਮੱਥਾ ਟੇਕਦੇ ਆ, ਪੈਸੇ ਪਾਉਂਦੇ ਆ। ਇਹ ਘਿਓ ਉੱਥੋਂ ਕਿਉਂ ਨਹੀਂ ਲੈਂਦੇ? ਇਹ ਘਿਓ ਜਾ ਕੇ ਤੇ ਮਹਾਰਾਸ਼ਟਰ ਚੋਂ ਲੈ ਰਹੇ ਨੇ, ਪੂਨੇ ਤੋਂ ਵੀ ਅੱਗੇ ਕੰਪਨੀ ਉੱਥੋਂ ਲੈ ਰਹੇ ਨੇ। ਉੱਥੋਂ ਜ਼ਿਆਦਾ ਵਧੀਆ ਜੀ ਘਿਓ ਉੱਥੋਂ। ਇਹ ਇਹਨਾਂ ਨੂੰ ਪਤਾ ਹੋ ਕਿ ਸਾਡੇ ਗੁਰੂ ਮਹਾਰਾਜ ਦੇ ਦਰ ਤੋਂ 4 ਕਿਲੋਮੀਟਰ ਦੂਰੀ ਤੇ ਵੇਰਕਾ ਡੇਅਰੀ ਆ। ਉਹਦੇ ਅਫਸਰ ਕਹਿੰਦੇ ਵੀ ਅਸੀਂ ਬਾਰਗੇਨਿੰਗ ਨਹੀਂ ਕਰ ਸਕਦੇ ਕਿਉਂਕਿ ਅਸੀਂ ਸਰਕਾਰੀ ਅਫਸਰ ਆ, ਪਰ ਰਹਿਤ ਤੋਂ ਰਹਿਤ ਤੁਹਾਨੂੰ ਦੇਵਾਂਗੇ। ਵਧੀਆ ਘਿਓ ਸਾਨੂੰ ਮਿਲ ਜਾਂਦਾ ਇੱਥੋਂ, ਤੇ ਜਵਾਨ ਹਲਾਇਆ ਅਗਲੇ ਘਰ ਦੇ ਕੇ ਜਾਂਦੇ ਆ, ਪਰ ਨਹੀਂ ਲੈਣਾ। ਕਿਉਂ ਨਹੀਂ ਲੈਣਾ? ਕਿ ਉਹ 'ਚੋਂ ਹਰਾਮ ਖਾਣ ਨੂੰ ਨਹੀਂ ਮਿਲਦਾ। ਇਹ ਉਦੋਂ ਜਥੇਦਾਰ ਕਿੱਥੇ ਸੁੱਤਾ ਹੁੰਦਾ? ਅੱਛਾ, ਪਹਿਲਾਂ ਵੀ ਕਾਰਜਕਾਰੀ ਜਥੇਦਾਰ ਹੈ ਜੀ ਕਿ ਫੁੱਲ ਫਲੈਸ਼ ਹੀ ਜਥੇਦਾਰ? ਇਹ ਦੇਖੋ, ਇਹ ਪ੍ਰਥਾ ਨੂੰ ਕਲੰਕ ਆ। ਇਹ ਪ੍ਰਥਾ ਦਸਮ ਪਾਤਸ਼ਾਹ ਨੇ ਬਣਾਈ ਆ 1699 'ਚ। ਇਸ ਪ੍ਰਥਾ ਪੰਜ ਪ੍ਰਧਾਨੀ ਪ੍ਰਥਾ ਨੂੰ ਹੀ ਗੁਰੂ ਸਾਹਿਬ ਨੇ ਕਿਹਾ ਗੁਰੂ ਖਾਲਸਾ ਨਾਮ ਧਰਾਇਆ, ਤੁਮ ਮੇਰੇ ਮੈਂ ਤੁਮਰਾ ਹੁਆ, ਤੁਮਰਾ ਹਮਰਾ ਗੁਰੂ ਨਾ ਦੂਆ। ਇਸ ਪ੍ਰਥਾ ਤੋਂ ਹੀ ਉਹਨਾਂ ਨੇ ਆਪ ਅੰਮ੍ਰਿਤਪਾਨ ਕੀਤਾ। ਅੱਜ ਇਹ ਪ੍ਰਥਾ ਜਿਹੜੀ ਹੈ ਨਿਗੁਰੇ ਤੇ ਅਖਲਾਕ ਤੋਂ ਗਿਰੇ ਹੋਏ ਬੰਦਿਆਂ ਦੀ ਨੌਕਰ ਬਣੀ ਹੋਈ ਹੈ। ਥਾਂ ਮੱਲੀ ਹੋਈ ਅਕਾਲ ਤਖਤ ਦੀ, ਮੇਰੀ ਪੀਰੀ ਦੀ। ਭਲਾ ਹੋ ਰਿਹਾ ਰਾਮ ਰਹੀਮਾਂ ਦਾ। ਇਹ ਪ੍ਰਥਾ ਸਾਡੀ ਜਿਹੜੀ ਲੀਹ ਤੋਂ ਲੱਥ ਗਈ। ਤੋ ਇਹ ਅਸਲ 'ਚ ਇਹਦੇ ਲਈ ਜ਼ਿੰਮੇਵਾਰ ਨੇ ਇਹ ਗ੍ਰੰਥੀ ਜਿਹੜੇ ਉਹਦਾ ਚੋਗਾ ਚੁੱਕਦੇ ਨੇ, ਉੱਥੇ ਉਹ ਚੋਗਾ ਚੁੱਕ ਕੇ ਉਹਦਾ ਹਰਾਮ ਖਾ ਕੇ ਤੇ ਉਹਦੇ ਗੁਣ ਗਾਉਂਦੇ ਨੇ। ਤੇ ਦੂਸਰਾ ਵੱਡਾ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ਆ, ਜਿਹੜਾ ਪੰਥ ਦਾ ਤਨਖਾਹੀਆ। ਉਹਨੂੰ ਇਹਨਾਂ ਨੇ ਗ੍ਰੰਥੀਆਂ ਨੇ ਫਖਰੇ ਕੌਮ ਦਾ ਖਿਤਾਬ ਦਿੱਤਾ। ਤੋ ਮੈਂ ਉਹ ਖੇੜਾ ਸਾਹਿਬ ਦੀ ਬੜਾ ਵਧੀਆ ਬਚਨ ਸੀ, ਫਖਰੇ ਕੌਮ ਨਹੀਂ, ਫਰਾਡੇ ਕੌਮ ਹੈ। ਫਰਾਡੇ ਕੌਮ ਦਾ ਇਹਨੂੰ ਖਿਤਾਬ ਮਿਲਣਾ ਚਾਹੀਦਾ। ਤੋ ਇਹ ਸਾਡਾ ਭਾਈ ਸਾਹਿਬ ਜੋ ਕੁਝ ਵੀ ਨੁਕਸਾਨ ਹੋ ਰਿਹਾ ਉਹਦੇ ਲਈ ਨਰੋਲ ਬਾਦਲ ਤੇ ਉਹਦਾ ਪਰਿਵਾਰ ਜ਼ਿੰਮੇਵਾਰ ਆ। ਅਸੀਂ ਕਮੇਟੀ ਦੇ ਵਿੱਚ ਜਿਹੜੀ ਹਾਲਤ ਆ ਕਮੇਟੀ ਦੀ, ਉਹਦੀਆਂ ਜਾਇਦਾਦਾਂ ਦੀ, ਉਹਦੀ ਗੋਲਕ ਦੀ, ਉਹਦੇ 'ਚ ਸਿਧਾਂਤ ਦੀ, ਉਹ ਸਾਰਿਆਂ ਦੇ ਸਾਹਮਣੇ ਆ। ਬਾਬਾ ਬੁੱਢਾ ਜੀ 98 ਸਾਲ ਦੇ ਬਹਿੰਦੇ ਨੇ, ਬਿਠਾਉਂਦੇ ਨੇ ਗੁਰੂ ਅਰਜਨ ਦੇਵ ਜੀ, ਤੇ ਇੱਥੇ 58 ਸਾਲ ਦਾ ਰਿਟਾਇਰ ਹੁੰਦਾ। 58 ਸਾਲ ਦਾ ਰਿਟਾਇਰ ਕਿਹੜੇ ਸਿਸਟਮ 'ਚ ਹੁੰਦਾ ਹੈ? ਉੱਥੇ ਪਦਵੀ ਕਿਵੇਂ ਸਾਬਤ ਰਹਿ ਗਈ? ਤੇ ਜੇ ਪਦਵੀ ਨਾ ਰਹੀ, ਸਿਧਾਂਤ ਨਾ ਰਿਹਾ, ਤੇ ਇਹ ਮਰਿਆਦਾ ਕਿੱਥੇ ਰਹਿ ਗਈ? ਹਰਮੰਦਰ ਕਿੱਥੇ ਰਹਿ ਗਿਆ? ਤੇ ਸਰਕਾਰ ਹੋ ਗਈ, ਸਰਕਾਰੀਕਰਨ ਹੋ ਗਿਆ ਮਰਿਆਦਾ ਦਾ। ਜਿਹਦਾ ਹੱਲ ਇਹ ਹੈ ਕਿ ਇਲੈਕਸ਼ਨ ਹੋਵੇ। ਪਰ ਸ਼੍ਰੋਮਣੀ ਅਕਾਲੀ ਦਲ ਫਿਰ ਵੀ ਜਿੱਤ ਜਾਂਦਾ ਜੀ। ਬੜੀਆਂ ਕੋਸ਼ਿਸ਼ਾਂ ਹੁੰਦੀਆਂ ਨੇ। ਜਿੱਤਿਆ ਤਾਂ ਨਹੀਂ ਅਜੇ। ਆ ਵੇਖੋ, ਤਿੰਨ ਸੀਟਾਂ ਜਿੱਤੀਆਂ, ਦੁਆਬੇ ਚੋਂ, ਮਾਲਵੇ ਚੋਂ, ਮਾਝੇ ਚੋਂ। ਤੇ ਤਿੰਨਾਂ ਤੋਂ ਇੱਕ ਦੇ ਸਿਰ ਤੇ ਹੀ ਪਾ ਗਿਆ। ਅਜੇ 2 ਹੀ ਆਏ ਆ ਐਂਟਰੀ ਕਰਨ। ਇਹ ਬਾਦਲ ਪਰਿਵਾਰ ਦੀ ਤੇ ਵਿਧਾਨ ਸਭਾ 'ਚ ਬਾਦਲਾਂ ਦੀ ਐਂਟਰੀ ਖਤਮ ਹੋ ਗਈ, ਤੇ ਹਾਰਿਆ ਵੀ ਤੇ ਹੈ ਨਾ। ਤੋ ਜਿਹੜੇ ਜਿੱਤੇ ਨੇ ਉਹ ਇਸ ਕਰਕੇ ਜਿੱਤੇ ਨੇ ਕਿ ਇੱਕ ਸਿੱਖ ਕੌਮ ਨੂੰ ਲੱਗਦਾ ਸੀਗਾ ਕਿ ਸਾਡੀ ਸ਼੍ਰੋਮਣੀ ਅਕਾਲੀ ਦਲ ਇੱਕ ਸਾਡੀ ਪਾਰਟੀ ਆ। ਉਹ ਜੁੜੇ ਹੋਏ ਸੀ ਇਹਦੇ ਨਾਲ। ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਾਡਾ ਤੇ ਬੇੜਾ ਗਰਕ ਕਰ ਗਿਆ ਬੰਦਾ, ਬੁਰਕਾ ਪਾ ਕੇ, ਅੰਦਰੋਂ ਇਹਦਾ ਮੱਸਾ ਰੰਗੜਿਆ ਤੇ ਬਾਹਰੋਂ ਇਹ ਅਕਾਲੀ ਆ, ਤੇ ਉਦੋਂ ਉਹਨਾਂ ਨੇ ਥਲ ਦਿੱਤਾ ਇਹਨੂੰ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੇ ਚੋਣਾਂ ਹੋ ਜਾਂਦੀਆਂ ਨੇ ਤਾਂ ਲੱਗਦਾ ਕਿ ਉੱਥੋਂ ਵੀ ਅਕਾਲੀ ਦਲ ਦਾ ਸਫਾਇਆ ਹੋ ਸਕਦਾ ਹੈ। ਹੱਦ ਹੋ ਗਈ ਜੀ। ਇਹ ਤੇ ਹੁੰਦਾ ਨਹੀਂ ਹੁੰਦਾ, ਚੋਣਾਂ ਤੇ ਹੋਣੀਆਂ ਚਾਹੀਦੀਆਂ ਕਿ ਨਹੀਂ? ਤੇ ਤੁਸੀਂ ਇਹ ਆਸ ਲਾ ਕੇ ਕਹੋ ਵੀ ਇਹ ਜਿੱਤ ਜਾਂਦੇ ਨੇ ਤੇ ਇਲੈਕਸ਼ਨ ਹੀ ਨਾ ਹੋਣ, ਇਹ ਕੀ ਗੱਲ ਹੋਈ? ਹੁਣ ਜਿੱਥੇ ਜਿੱਤੇ ਨੇ ਦਿੱਲੀ, ਉੱਥੇ ਅੱਜ ਬਾਦਲ ਮੱਥਾ ਟੇਕ ਲਊਗਾ ਜਾ ਕੇ। ਉਹਨਾਂ ਦੀ ਫੋਟੋ ਲਾ ਕੇ ਵੀ ਕੂੜੇ ਤੇ ਸੁੱਟਤੀ ਹੈ। ਉਹ ਸਾਰੇ ਭਾਜਪਾ ਸ਼ਾਮਲ ਹੋ ਗਏ ਮੈਂਬਰ। ਇੱਥੇ ਕੀ ਕਹੂਗਾ ਇਹ ਬਾਦਲ? ਉੱਥੇ ਤਾਂ ਲੱਗਦਾ ਕਿ ਚੰਗੀ ਗੱਲ ਹੈ ਭਾਜਪਾ 'ਚ ਸ਼ਾਮਲ ਹੋ ਗਏ ਜਿਹੜੇ। ਦੇਖੋ, ਚੰਗੀ ਆ ਜਾਂ ਮਾੜੀ, ਇਹ ਜਿਹੜੇ ਉਹਦੇ ਬੰਦੇ ਸੀ ਬਾਦਲ ਦੇ, ਉਹਨਾਂ ਨੇ ਕੀਤੀ, ਸਾਨੂੰ ਇਹਦਾ ਪਤਾ ਨਹੀਂ। ਪਰ ਬਾਦਲ ਇਹ ਦੱਸੇ ਵੀ ਉਸ ਕਮੇਟੀ ਬਾਰੇ ਕੀ ਕਹੂਗਾ, ਅੱਜ ਹਜੂਰ ਸਾਹਿਬ ਬਾਰੇ ਕੀ ਕਹੂਗਾ, ਪਟਨਾ ਸਾਹਿਬ ਬਾਰੇ ਕੀ ਕਹੂਗਾ, ਇਹਦੇ ਪੱਲੇ ਕੀ ਆ? ਇਹ ਪ੍ਰਕਾਸ਼ ਸਿੰਘ ਬਾਦਲ ਜਿਹੜਾ
ਇਹ ਜੰਮ ਹੋ ਕੇ ਟੱਕਰਿਆ ਸਾਡੀ ਕੌਮ ਨੂੰ, ਪਰ ਗੁਰੂ ਸਾਹਿਬ ਨੇ ਇਹਨੂੰ ਆਪਣੀ ਸ਼ਹਾਦਤ ਦੇ ਕੇ ਥੱਲੇ ਸੁੱਟਿਆ। ਭਾਈ ਸਾਹਿਬ ਮੇਰਾ ਆਖਰੀ ਸਵਾਲ ਹੈ, ਜਦੋਂ ਮੈਂ ਤੁਹਾਨੂੰ ਫੋਨ ਕੀਤਾ ਹੈਗਾ ਜੀ ਭਾਈ ਸਾਹਿਬ 24 ਤਰੀਕ ਆ ਗਈ, ਹਾਂ ਤੁਸੀਂ ਕਹਿੰਦੇ ਯਾਰ ਭੁੱਲਣ ਨਹੀਂ ਦਿੰਦੇ ਹੈਗੇ ਜੀ। 24 ਤਰੀਕ ਜਿਹੜੀ ਆ ਜੀ, ਹੁਣ ਮੇਰੇ ਖਿਆਲ ਆ 40 ਸਾਲ 42 ਸਾਲ ਤੇ ਹੋ ਗਏ। ਹਾਂਜੀ, ਤੇ ਇਹ ਪ੍ਰਕਰਮ ਆ ਪ੍ਰਕਿਰਤੀ ਦਾ, ਇਹ ਚੱਲਦਾ ਹੀ ਰਹਿਣਾ, ਗਾਂ ਵੱਧਦੇ ਰਹਿਣੇ, ਘਟਣਾ ਤੇ ਹੈ ਨਹੀਂ ਹੁਣ ਕੁਝ। ਪਰ ਮੈਂ ਕਹਿੰਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਹੀਂ ਭੁੱਲਣੀ ਚਾਹੀਦੀ 24 ਤਰੀਕ ਦੀ। ਇਹ ਪੀੜ੍ਹੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਯਾਦ ਰੱਖਦੀਆਂ ਕਿ ਨਹੀਂ ਰੱਖਦੀਆਂ। ਜੋ ਸਾਡਾ ਫਰਜ਼ ਸੀ, ਜੋ ਸਾਡਾ ਕੰਮ ਸੀ, ਉਹ ਗੁਰੂ ਮਹਾਰਾਜ ਨੂੰ ਪਤਾ ਹੈ, ਉਹ ਜਾਣੀ ਜਾਣ ਹੈ। ਅਸੀਂ ਉਸ ਦਰ ਦੇ ਕੂਕਰ ਆ, ਉਹਦੇ ਸਿਧਾਂਤ, ਉਹਦਾ ਇਹ ਮਿਸ਼ਨ, ਜਿਸ ਮਿਸ਼ਨ ਲਈ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ, ਉਸ ਮਿਸ਼ਨ ਨੂੰ ਜਿਉਂਦਾ ਰੱਖਣ ਲਈ ਅਸੀਂ ਹਰ ਸ਼ਹਾਦਤ ਦੇਣ ਨੂੰ ਤਿਆਰ ਹਾਂ, ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ। ਪਰ ਸਾਡੀ ਇੱਛਾ ਇਹੀ ਹੈ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਚਲੋ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ, ਧੰਨਵਾਦ ਜੀ। ਔਰ ਅਗਲੇ ਹਫਤੇ ਇੱਕ ਹੋਰ ਰੂਹ ਦੇ ਨਾਲ ਤੁਹਾਨੂੰ ਸਨਮੁਖ ਕਰਵਾਵਾਂਗੇ। ਤਦ ਤੱਕ ਤੁਸੀਂ ਇਸੇ ਤਰ੍ਹਾਂ ਹੀ ਦੇਖਦੇ ਰਹੋ ABC ਪੰਜਾਬ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।